ਸਮਾਰਟ ਸਿਟੀਜ਼ ਦੇ ਵਿੱਚ ਐਜ਼ ਏ ਡਾਇਰੈਕਟਰ ਤੁਹਾਡੇ ਕੋਲ ਕੀ ਪਾਵਰਸ ਹੈਗੀ? ਤੇ ਲੁਧਿਆਣੇ ਦੇ ਵਿੱਚ ਵੀ ਜੇ ਇੱਕ ਡਿਪਾਰਟਮੈਂਟ ਹੋਵੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਦੀ, ਤਾਂ ਲੋਕਾਂ ਨੂੰ ਵੀ ਲੱਗੂਗਾ ਕਿ ਦੇयर इज़ वन ਡਿਪਾਰਟਮੈਂਟ। ਸਮਾਰਟ ਸਿਟੀ ਦਾ ਮਤਲਬ ਕੀ ਹੈ? ਸਮਾਰਟ ਸਿਟੀ ਮੀਨਸ ਜ਼ਿਆਦਾ ਚੰਗਾ ਸ਼ਹਿਰ। ਈ ਰਿਕਸ਼ਾ ਚਲਾਨ ਖੜੀ ਹੋਏਗੀ, ਚਲਾਨ ਲਈ ਟਰੈਕ ਨਹੀਂ ਹੋਏਗਾ। ਸਾਈਕਲ ਖੜੇ ਹੋਣਗੇ, ਚਲਾਨ ਲਈ ਸਾਈਕਲ ਟਰੈਕ ਨਹੀਂ ਹੋਏਗਾ। ਸੋ ਲੈਂਡਸਕੇਪਿੰਗ ਵਗੈਰਾ ਸਭ ਕੁਝ ਮਿਲੇਗਾ ਲੋਕਾਂ ਨੂੰ। ਜੀ ਸਰ, ਜ਼ਰੂਰ ਮਿਲੇਗਾ। ਕਮਰਸ਼ੀਅਲ ਬਿਲਡਿੰਗਸ ਦੀ ਗੱਲ ਕਰ ਰਹੇ ਹਾਂ ਸਿਰਫ, ਉਹਦੀ ਜਿਹੜੀ ਬੇਸਮੈਂਟ ਕਮਰਸ਼ੀਅਲ ਜਿਹੜੀ ਹੈਗੀ ਹੈ ਬਿਲਡਿੰਗ ਦੀ ਪਾਰਕਿੰਗ ਹੋਣੀ ਚਾਹੀਦੀ ਹੈ ਉੱਥੇ, ਪਰ ਕਮਰਸ਼ੀਅਲ ਐਕਟੀਵਿਟੀਜ਼ ਚੱਲ ਰਹੀਆਂ, ਉਹ ਕਿੱਥੇ ਤੱਕ ਸਹੀ ਹੈ? ਜਿਹੜੀ ਪਾਰਕਿੰਗ ਲਈ ਚੀਜ਼ ਬਣੀ ਹੈ ਔਰ ਪਾਰਕਿੰਗ ਲਈ ਹੀ ਵਰਤੋਂ ਹੋਵੇ। ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਸ਼ਹਿਰ ਨੂੰ ਜੇ ਸਮਾਰਟ ਸਿਟੀ ਬਣਾਉਣਾ ਸੀ ਤੇ ਖਾਲੀ 5-7 ਵੱਡੀਆਂ ਪਾਰਕਿੰਗਾਂ ਹੀ ਬਣਾ ਦਿੰਦੇ, ਆਪੇ ਹੀ ਸ਼ਹਿਰ ਸਮਾਰਟ ਹੋ ਜਾਣਾ। ਐਜ਼ ਪਰ ਗਵਰਨਮੈਂਟ ਰਿਕਾਰਡ ਸਿਰਫ 2 ਬਿਲਡਿੰਗਸ ਕਮਰਸ਼ੀਅਲ ਅਪਰੂਵਡ ਸੀਗੀਆਂ। ਉਹਨਾਂ ਨੂੰ ਦੇਖ ਕੇ ਜਿਹੜੇ ਦੂਸਰੇ ਸਹੀ ਸੀਗੇ ਉਹ ਵੀ ਕਹਿੰਦੇ ਜਦੋਂ ਉਹਦਾ ਕੱਖ ਨਹੀਂ ਵਿਗੜਿਆ ਤਾਂ ਮੇਰਾ ਕੀ ਵਿਗੜਨਾ। ਉਹਨੇ ਵੀ ਦੂਜਾ ਡਿਪਾਰਟਮੈਂਟ ਉਸ 'ਤੇ ਐਕਸ਼ਨ ਨਹੀਂ ਲਊਗਾ ਤਾਂ ਇਹ ਜਿਹੜੀ ਪ੍ਰੋਬਲਮ ਹੈ ਵੱਧਦੀ ਰਹੂਗੀ ਤੇ ਆਪਾਂ ਸੁਖੀ ਨਹੀਂ ਰੱਖ ਪਾਵਾਂਗੇ। ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਗਲਤ ਹੋ ਰਿਹਾ, ਮੈਂ ਐਜ਼ ਏ ਸਮਾਰਟ ਸਿਟੀ ਦਾ ਡਾਇਰੈਕਟਰ ਹਾਂ। ਉੱਥੇ 5-5 ਮੰਜ਼ਿਲੀ ਬਿਲਡਿੰਗ ਬਣ ਗਈ, ਕਮਰਸ਼ੀਅਲ ਹੋ ਗਈ, ਪਰ ਜਿਹੜੇ ਉਹਦੇ ਪਿੱਛੇ ਰੈਜ਼ੀਡੈਂਟ ਰਹਿ ਰਹੇ ਆ ਉਹਨਾਂ ਦਾ ਕੀ? ਹੀਰੋ ਬੇਕਰੀ ਤੋਂ ਲੈ ਕੇ ਫਿਰੋਜ਼ਪੁਰ ਰੋਡ ਤੱਕ ਪੂਰਾ ਏਰੀਏ 'ਤੇ ਇੱਕ ਸਰਕਾਰੀ ਸੂਆ ਹੁੰਦਾ ਸੀਗਾ। ਜਗ੍ਹਾ ਦੀ ਲੀਗਲ ਓਰੀਜਨੈਲਿਟੀ ਕੀ ਹੈ ਆਈ ਐਮ ਨਾਟ ਅਵੇਅਰ ਆਫ, ਬਿਕੋਜ਼ ਆਈ ਐਮ ਨਾਟ ਅਵੇਅਰ ਆਫ। ਸੂਆ ਤਾਂ ਸਰ ਅੰਡਰ ਰੋਡ ਹੀ ਆ ਗਿਆ। ਸੂਆ ਮੇ ਬੀ ਇਟ ਮੇ ਬੀ ਅੰਡਰ ਰੋਡ, ਤੇ ਮੈਨੂੰ ਕਲੀਅਰ ਨਹੀਂ ਹੈਗਾ ਕਿਉਂਕਿ ਆਈ ਐਮ ਨਾਟ ਵਿਜ਼ਿਟ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है, तो मामला हैगा स्मार्ट सिटी का। जी हाँ, स्मार्ट सिटी नूं लैके लोगों के बहुत सारे क्वेश्चन आ रहे हैं क्योंकि स्मार्ट सिटी है बहुत एक वड्डा प्रोजैक्ट है और पूरे केंद्र सरकार ते राज्य सरकार ते लोकल प्रशासन सारे इहदे विच बहुत ज़्यादा इन्वॉल्व है। सो कुल मिला के स्मार्ट सिटी तो लैके बहुत सारिया इच्छा ਜਿਹੜੀਆਂ ਹੈਗੀਆਂ ਲੋਕਾਂ ਨੂੰ ਐਕਸਪੈਕਟੇਸ਼ਨ ਹੈਗੀਆਂ ਔਰ ਐਂ ਲੱਗ ਰਿਹਾ ਕਿ ਸਮਾਰਟ ਸਿਟੀ ਤੋਂ ਬਾਅਦ ਲੋਕਾਂ ਦੇ ਡ੍ਰੀਮ ਬਣ ਚੁੱਕਾ ਕਿ ਕਿੱਦਾਂ ਦਾ ਸਮਾਰਟ ਸਿਟੀ ਹੋਏਗਾ। ਪਰ ਸਮਾਰਟ ਸਿਟੀ ਦੇ ਡਿਵੈਲਪਮੈਂਟ 'ਚ ਇੰਨੀਆਂ ਕੁ ਅਨਿਯਮਿਤਾਵਾਂ ਹੋ ਰਹੀਆਂ ਕਿ ਲੋਕਾਂ ਦਾ ਜਿਹੜਾ ਦੇਖਿਆ ਹੋਇਆ ਇੱਕ ਡ੍ਰੀਮ ਸੀ ਕਿ ਸਮਾਰਟ ਸਿਟੀ ਉਹਨਾਂ ਨੇ ਸੋਚਿਆ ਸੀ ਇੱਦਾਂ ਦਾ ਹੋਏਗਾ, ਉਹ ਚੀਜ਼ਾਂ 'ਚ ਕਿਤੇ ਨਾ ਕਿਤੇ ਜਿਹੜੀ ਹੈ ਲੱਗ ਰਿਹਾ ਕਿ ਉਹ ਪੂਰੀਆਂ ਨਹੀਂ ਹੁੰਦੀਆਂ, ਉਸ 'ਤੇ ਖਰਾ ਨਹੀਂ ਉਤਰਦਾ ਨਜ਼ਰ ਆ ਰਿਹਾ ਔਰ ਲੋਕਾਂ ਨੂੰ ਉਹਨਾਂ ਦਾ ਸੁਪਨਾ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਅਨਿਯਮਿਤਾਵਾਂ ਹੈਗੀਆਂ ਉਹ ਸਾਰਿਆਂ ਲਈ ਅਸੀਂ ਗੱਲਬਾਤ ਕਰਨ ਪਹੁੰਚੇ ਕਿ ਆਫਟਰ ਆਲ ਸਮਾਰਟ ਸਿਟੀ ਹੈ ਕੀ, ਤਾਂ ਕਿ ਸੱਚ ਦਿਖਾਇਆ ਜਾ ਸਕੇ ਲੋਕਾਂ ਨੂੰ। ਤੇ ਸਮਾਰਟ ਸਿਟੀ ਹੈਗੀ, ਅਸੀਂ ਪਹੁੰਚੇ ਹਾਂ ਸੰਜੇ ਗੋਇਲ ਜੀ ਕੋਲ ਜਿਹੜੇ ਕਿ ਸਮਾਰਟ ਸਿਟੀ ਦੇ ਡਾਇਰੈਕਟਰ ਹੈਗੇ ਆ। ਨਮਸਕਾਰ ਸਰ। ਨਮਸਕਾਰ ਸਰ ਸ਼ਰਮਾ ਜੀ। ਤੇ ਸਰ ਮੈਨੂੰ ਇੱਕ ਚੀਜ਼ ਦੱਸੋ, ਸਮਾਰਟ ਸਿਟੀਜ਼ ਦੇ ਵਿੱਚ ਐਜ਼ ਏ ਡਾਇਰੈਕਟਰ ਤੁਹਾਡੇ ਕੋਲ ਕੀ ਪਾਵਰਸ ਹੈਗੀਆਂ? ਡਾਇਰੈਕਟਰ ਇਹਦੇ ਵਿੱਚ ਅਸੀਂ 10-12 ਡਾਇਰੈਕਟਰ ਹੈਗੇ ਨੇ ਤੇ ਕੁਝ ਸੈਂਟਰ ਗੌਰਮੈਂਟ ਦੇ ਨੁਮਾਇੰਦੇ ਵੀ ਹੈਗੇ ਨੇ, ਸਟੇਟ ਗੌਰਮੈਂਟ ਦੇ ਨੁਮਾਇੰਦੇ ਵੀ ਹੈ ਤੇ ਜ਼ਿਆਦਾ ਲੋਕ ਨੋ ਡਾਊਟ ਲੁਧਿਆਣਾ ਸਿਟੀ ਤੋਂ ਹੈਗੇ ਨੇ। ਸਾਡੇ ਕਮਿਸ਼ਨਰ ਸਾਹਿਬ ਨੇ ਤੇ ਕੁਝ ਲੋਕਲ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ। ਬਟ ਸਮਾਰਟ ਸਿਟੀ ਮਿਸ਼ਨ ਨਾਮ ਬਹੁਤ ਵੱਡਾ ਲੱਗਦਾ ਹੈ ਸਿਟੀਜ਼ਨਸ ਨੂੰ ਕਿ ਸ਼ਾਇਦ ਇਹਦੇ ਅੰਡਰ ਹੀ ਸਾਰਾ ਕੁਝ ਹੈ, ਸਾਰਾ ਕੁਝ ਹੋ ਜਾਊਗਾ। ਬਟ ਸਮਾਰਟ ਸਿਟੀ ਲਿਮਟਿਡ ਜਿਹੜੀ ਹੈ ਇੱਕ ਏਰੀਏ 'ਤੇ ਕੰਮ ਕਰ ਰਹੀ ਹੈ ਜਾਂ ਕੁਝ ਪੈਨ ਸਿਟੀ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਉਮੀਦਾਂ ਵੀ ਜ਼ਿਆਦਾ ਨੇ, ਹੋਣੀਆਂ ਵੀ ਚਾਹੀਦੀਆਂ, ਪੂਰੀਆਂ ਵੀ ਹੋਣਗੀਆਂ। ਬਟ ਸਮਾਰਟ ਸਿਟੀ ਮਿਸ਼ਨ ਦਾ ਜੇ ਅਸੀਂ ਲੁਧਿਆਣੇ ਦੀ ਵੀ ਗੱਲ ਕਰੀਏ, ਮੰਨ ਲਓ ਸਾਡਾ 100 ਕਰੋੜ ਪਰ ਈਅਰ ਦਾ ਫੰਡ ਹੈਗਾ ਸੈਂਟਰ ਗੌਰਮੈਂਟ ਦਾ, ਇਕੁਅਲ ਗ੍ਰਾਂਟ ਜਿਹੜੀ ਹੈ ਸਟੇਟ ਗੌਰਮੈਂਟ ਦੀ ਹੈਗੀ ਹੈ। ਜੇ ਅਸੀਂ ਸ਼ਹਿਰ ਦੇ ਟੋਟਲ ਐਨੂਅਲ ਬਜਟ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈਗਾ, ਲੇਕਿਨ ਜੇ ਅਸੀਂ ਟੋਟਲ ਨੰਬਰ ਆਫ ਸਾਈਟਸ ਕੰਮ ਦੀ ਗੱਲ ਕਰੀਏ ਜਾਂ ਬਜਟ ਦੀ ਗੱਲ ਕਰੀਏ, ਦੈਟ ਇਜ਼ ਵੈਰੀ ਵੈਰੀ ਲੈਸ ਐਜ਼ ਕੰਪੇਅਰ ਟੂ ਦਾ ਟੋਟਲ ਰੈਸਟ ਆਫ ਦਾ ਬਜਟ ਆਫ ਦਾ ਡਿਵੈਲਪਮੈਂਟ। ਹੁਣ ਜੇ ਹਿਮਾਚਲ ਦੇ ਧਰਮਸ਼ਾਲਾ ਦੀ ਗੱਲ ਕਰੀਏ, ਉਹ ਵੀ ਸਮਾਰਟ ਸਿਟੀ 'ਚ ਆ ਰਿਹਾ ਹੈ ਜਿਹਦੀ ਪਾਪੂਲੇਸ਼ਨ 4-5 ਲੱਖ ਹੈ। ਮੈਂ ਬੈਂਗਲੁਰੂ ਜਾ ਕੇ ਆਇਆ, ਉੱਥੇ ਕਰੋੜ 'ਚ ਪਾਪੂਲੇਸ਼ਨ ਹੈਗੀ ਹੈ, 1 ਕਰੋੜ ਤੋਂ ਉੱਪਰ, ਤੇ ਉਹ ਵੀ ਸਮਾਰਟ ਸਿਟੀ ਮਿਸ਼ਨ 'ਚ ਹੈ। ਤੇ ਬਟ ਉਹਨਾਂ ਦੀ ਫੰਡਿੰਗ ਸੇਮ ਹੈਗੀ ਹੈ। ਜੇ 5 ਲੱਖ ਵਾਲੇ ਸ਼ਹਿਰ ਦੀ ਰੂਲਸ ਰੈਗੂਲੇਸ਼ਨ ਫੰਡਿੰਗ ਸੇਮ ਹੈ ਤੇ 1.5 ਕਰੋੜ ਵਾਲੇ ਸ਼ਹਿਰ ਦੀ ਸੇਮ ਹੈ। ਯੂ ਕੈਨ ਅੰਡਰਸਟੈਂਡ ਦਾ ਥਿੰਗਸ। ਤੇ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ, ਐਜ਼ ਏ ਸਮਾਰਟ ਸਿਟੀ 'ਚ ਤੁਸੀਂ ਸਾਰੇ ਡਿਪਾਰਟਮੈਂਟ ਦੇ ਜਿਵੇਂ ਕੰਮ ਹੋ ਰਿਹਾ, ਡਿਵੈਲਪਮੈਂਟ ਹੋ ਰਹੀ ਹੈ, ਇੱਥੇ ਕਮੀ ਕਿੱਥੇ ਆ ਰਹੀ ਹੈ ਤੁਹਾਨੂੰ? ਕਮੀ ਇਹ ਚਾਹਾਂਗੇ ਕਿ ਵੈਸੇ ਇੱਕ ਸ਼ਹਿਰ 'ਚ ਕੋਈ ਡਿਪਾਰਟਮੈਂਟ ਹੋਣਾ ਚਾਹੀਦਾ ਹੈ। ਜੇ ਦਿੱਲੀ 'ਚ ਅਸੀਂ ਜਾਣਦੇ ਆਪਾਂ ਕਹਿ ਲਏ ਦਿੱਲੀ ਡਿਵੈਲਪਮੈਂਟ ਅਥਾਰਟੀ, ਬੈਂਗਲੋਰ ਡਿਵੈਲਪਮੈਂਟ ਅਥਾਰਟੀ, ਤੇ ਲੁਧਿਆਣੇ ਦੇ ਵਿੱਚ ਵੀ ਜੇ ਇੱਕ ਡਿਪਾਰਟਮੈਂਟ ਹੋਵੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਦੀ, ਤਾਂ ਲੋਕਾਂ ਨੂੰ ਵੀ ਲੱਗੂਗਾ ਕਿ ਦੇयर इज़ वन ਡਿਪਾਰਟਮੈਂਟ ਲਾਈਕ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਔਰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਓਨਲੀ। ਪਰ ਜੇ ਕਾਫੀ ਡਿਪਾਰਟਮੈਂਟ ਹੋਣਗੇ, ਉਹਨਾਂ ਦੀ ਵੀ ਅੱਗੇ ਕਾਫੀ ਦਫ਼ਤਰ ਹੋਣਗੇ, ਤਾਂ ਆਈ ਥਿੰਕ ਇਟ ਇਜ਼ ਸਕੈਟਰਡ।
ਸੋ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ ਅਲੱਗ-ਅਲੱਗ ਮਹਿਕਮਿਆਂ ਦਾ। ਜੇ ਤਾਲਮੇਲ ਅੱਛਾ ਹੋਏਗਾ ਜਾਂ ਇੱਕੋ ਹੀ ਮਹਿਕਮਾ ਹੋਏਗਾ, ਕੋਈ ਗੋਡਫਾਦਰ ਹੋਏਗਾ, ਤਾਂ ਹੀ ਸ਼ਹਿਰ ਜਿਹੜਾ ਸਾਫ਼ ਸੁਥਰਾ ਵਧੀਆ ਬਣੇਗਾ। ਅਦਰਵਾਈਜ਼ ਇਟਸ ਅ ਵੈਰੀ ਕੰਬਰਸਮ ਪ੍ਰੋਸੈਸ। ਹੁਣ ਚੰਡੀਗੜ੍ਹ ਬਣਿਆ ਉਹ ਇੱਕ ਸਕ੍ਰੈਚ ਤੋਂ ਬਣਿਆ, ਅੰਡਰ ਵਨ ਅੰਬਰੇਲਾ ਬਣਿਆ। ਦਿੱਲੀ ਮੈਟਰੋ ਇੱਕ ਪ੍ਰੋਜੈਕਟ ਸੀਗਾ ਤੇ ਉਹ ਇੱਕ ਬੰਦੇ ਨੇ ਉਹਨੂੰ ਵਰਕ ਕੀਤਾ ਤੇ ਅੱਜ ਉਹ ਐਗਜ਼ੀਕਿਊਸ਼ਨ ਕੀਤੀ ਤੇ ਅਚੀਵ ਹੋਇਆ। ਤੇ ਦਿਸ ਇਜ਼ ਰਿਕੁਆਇਰਮੈਂਟ। ਮਤਲਬ ਹੈ ਕਿ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਅੰਡਰ ਇੱਕ ਬੰਦੇ ਦੀ ਜ਼ਿੰਮੇਵਾਰੀ, ਇੱਕ ਟੀਮ ਟਾਈਪ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਔਰ ਉਹਦੀ ਸਾਰੀ ਸੁਣਵਾਈ ਪ੍ਰੋਪਰ ਹੋਣੀ ਚਾਹੀਦੀ ਹੈ ਤਾਂ ਕਿ ਐਗਜ਼ੀਕਿਊਸ਼ਨ ਸਹੀ ਹੋ ਸਕੇ। ਹਾਂ, ਪ੍ਰੋਪਰ ਹੋ ਸਕੇ, ਐਗਜ਼ੀਕਿਊਸ਼ਨ ਹੋ ਸਕੇ। ਕਿਉਂਕਿ ਜਿਹੜੇ ਸ਼ਹਿਰਾਂ ਦਾ ਕੰਮ ਹੁੰਦਾ ਹੈ ਇਹ 2-4 ਸਾਲ 5 ਸਾਲ ਦਾ ਨਹੀਂ ਹੁੰਦਾ ਕਿ ਇੱਕ ਗਵਰਨਮੈਂਟ ਆਏਗੀ ਤੇ ਸਮਾਰਟ ਸਿਟੀ ਮਿਸ਼ਨ ਇੰਪਲੀਮੈਂਟ ਹੋ ਜਾਏਗਾ, 2 ਆਏਗੀ। ਸ਼ਹਿਰਾਂ ਦਾ ਕੰਮ ਡਿਕੇਡਸ ਚੱਲਦਾ ਹੈਗਾ। ਜੇ ਅੱਜ ਕੋਈ ਪ੍ਰੋਜੈਕਟ ਸੋਚਦੇ ਹਾਂ, ਕੁਝ ਪ੍ਰੋਜੈਕਟ ਅੱਜ ਸ਼ੁਰੂ ਹੋਣਗੇ, ਕੁਝ 5 ਸਾਲ ਬਾਅਦ ਵੀ ਸ਼ੁਰੂ ਹੋਣਗੇ, ਤਾਂ ਇਟਸ ਅ ਕੰਟੀਨਿਊਸ ਪ੍ਰੋਸੈਸ। ਤੇ ਸਿਟੀ ਦੀ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ, ਜਿਹੜਾ ਮਾਸਟਰ ਪਲਾਨ ਹੈ, ਰੋਡ ਮੈਪ ਹੈ, ਉਹ ਪੋਲੀਟੀਕਲ ਇੰਟਰਫੇਰੈਂਸ ਤੋਂ ਫ੍ਰੀ ਹੋਣਾ ਚਾਹੀਦਾ ਹੈ। ਸਰਕਾਰ ਜਿਹੜੀ ਮਰਜ਼ੀ ਆਵੇ, ਕੰਮ ਨਹੀਂ ਰੁਕਣਾ ਚਾਹੀਦਾ, ਕੰਮ ਉਸੇ ਦਿਸ਼ਾ ਚੱਲਣਾ ਚਾਹੀਦਾ ਹੈ। ਜੇ ਬੱਸ ਸਟੈਂਡ ਚਾਹੀਦਾ ਤਾਂ ਚਾਹੀਦਾ, ਰੇਲਵੇ ਸਟੇਸ਼ਨ ਚਾਹੀਦਾ ਤਾਂ ਚਾਹੀਦਾ, ਰਿੰਗ ਰੋਡ ਚਾਹੀਦੀ ਹੈ ਤਾਂ ਚਾਹੀਦੀ ਹੈ। ਤੇ ਇਹਦੇ 'ਚ ਸਰਕਾਰਾਂ ਆਉਣ ਜਾਣ ਨਾਲ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਸਮਾਰਟ ਸਿਟੀ ਹੈ, ਐਜ਼ ਏ ਸਮਾਰਟ ਸਿਟੀ ਦਾ ਮਤਲਬ ਕੀ ਹੈ? ਸਮਾਰਟ ਸਿਟੀ ਨੂੰ ਹੀ ਕਹਿੰਦੇ ਆ। ਸਮਾਰਟ ਸਿਟੀ ਮੀਨਸ ਜ਼ਿਆਦਾ ਚੰਗਾ ਸ਼ਹਿਰ, ਜ਼ਿਆਦਾ ਰਹਿਣ ਵਾਲਾ ਸ਼ਹਿਰ, ਜ਼ਿਆਦਾ ਵਧੀਆ ਸ਼ਹਿਰ। ਤਾਂ ਇਹਨੂੰ ਆਪਾਂ ਸਮਾਰਟ ਸਿਟੀ ਕਹਾਂਗੇ, ਜਿਹੜਾ ਕਿ ਮੋਰ ਲਿਵੇਬਲ ਹੋਏਗਾ ਤੇ ਜ਼ਿਆਦਾ ਵਧੀਆ ਹੋਏਗਾ। ਜਿਵੇਂ ਆਪਾਂ ਚੰਡੀਗੜ੍ਹ ਕਹਿੰਦੇ ਸੀਗੇ ਕਿ ਚੰਡੀਗੜ੍ਹ ਵਧੀਆ ਸ਼ਹਿਰ ਹੈ, ਵਧੀਆ ਮੀਨਸ ਸਮਾਰਟ ਹੈਗਾ। ਤੇ ਇੱਦਾਂ ਹੀ ਚਾਹੁੰਦੇ ਆ ਕਿ ਹਰ ਇੱਕ ਸ਼ਹਿਰ ਜਿਹੜਾ ਆਪਣਾ ਨਾਰਥ ਇੰਡੀਆ ਪਲੈਨਡ ਸ਼ਹਿਰ ਹੋਵੇ। ਸਰ ਜੋ ਹੁਣ ਇਸ ਟਾਈਮ ਸਮਾਰਟ ਸਿਟੀ ਦੀ ਐਕਟੀਵਿਟੀਜ਼ ਚੱਲ ਰਹੀਆਂ, ਤੁਸੀਂ ਤਾਂ ਡਾਇਰੈਕਟਰ ਹੋ, ਸਾਰੀ ਚੀਜ਼ਾਂ ਦੇਖ ਰਹੇ ਹੋ, ਕੀ ਤੁਹਾਨੂੰ ਲੱਗ ਰਿਹਾ ਕਿ ਉਹ ਸਮਾਰਟ ਸਿਟੀ ਦਾ ਪ੍ਰੋਜੈਕਟ ਦਾ ਪਰਪਸ ਜਿਹੜਾ ਉਹ ਫੁੱਲਫਿਲ ਹੋ ਰਿਹਾ ਇਸ ਟਾਈਮ? ਹਾਂ, ਸਮਾਰਟ ਸਿਟੀ ਦਾ ਪਰਪਸ ਫੁੱਲਫਿਲ ਹੋ ਰਿਹਾ ਹੈ, ਚਾਹੇ ਉਹ ਸਲੋ ਹੋ ਰਿਹਾ ਹੈ, ਪਰ ਕੰਮ ਸਾਰੇ ਉਹੀ ਹੋ ਰਹੇ ਨੇ ਜਿਹੜੇ ਕਿ ਇੱਕ ਸਮਾਰਟ ਸਿਟੀ ਦੇ ਵਿੱਚ ਹੋਣੇ ਚਾਹੀਦੇ ਨੇ, ਜਿਹਦਾ ਕਿ ਸੁੱਖ ਸ਼ਹਿਰ ਵਾਸੀਆਂ ਨੂੰ ਮਿਲੂਗਾ। ਚਾਹੇ ਉਹ ਸੜਕਾਂ ਹੈਗੀਆਂ ਨੇ, ਚਾਹੇ ਉਹ ਪਾਰਕਿੰਗ ਨਾਲ ਰਿਲੇਟਿਡ ਨੇ, ਚਾਹੇ ਉਹ ਕੈਰਕਸ ਪਲਾਂਟ, ਜਿਵੇਂ ਸਾਡੇ ਲੱਗ ਰਿਹਾ ਕਿੰਨੇ ਡੈਡ ਐਨੀਮਲਸ ਸ਼ਹਿਰ ਦੇ ਵਿੱਚ ਹੁੰਦੇ ਨੇ, ਕਿੰਨਾ ਮਲਬਾ ਜਗ੍ਹਾ ਜਗ੍ਹਾ ਪਿਆ, ਉਸ ਲਈ CND ਵੇਸਟ ਪਲਾਂਟ ਲੱਗ ਰਿਹਾ ਹੈ, ਕਿੰਨਾ ਹਾਰਟੀਕਲਚਰ ਵੇਸਟ ਹੁੰਦਾ ਹੈਗਾ, ਤੇ ਸਾਈਨੇਜ ਬੋਰਡ ਹੈਗੇ ਨੇ, ਟੋਇਲਟਸ ਹੈਗੇ ਨੇ, ਬੜੀਆਂ ਚੀਜ਼ਾਂ ਨੇ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਚਾਹੀਦੀਆਂ ਹੈਗੀਆਂ ਨੇ, ਤੇ ਉਹਨਾਂ ਸਾਰੀ ਚੀਜ਼ਾਂ ਦੇ ਉੱਤੇ ਕੰਮ ਹੋ ਰਿਹਾ ਹੈਗਾ। ਸਰ ਇੱਕ ਕੁਐਸਚਨ ਇਹ ਹੈ ਕਿ ਮਲਾਰ ਰੋਡ, ਜਿਹਨੂੰ ਕਿ ਸਮਾਰਟ ਸਿਟੀ ਦਾ ਮੇਨ ਰੋਡ ਕਿਹਾ ਜਾ ਰਿਹਾ, ਮੇਨ ਸਮਾਰਟ ਸਟਰੀਟ ਬਣ ਜਾਏਗੀ, ਉਹ ਰੋਡ 'ਤੇ ਜਿਹੜੀਆਂ ਕਿ ਕਮਰਸ਼ੀਅਲ ਐਕਟੀਵਿਟੀਜ਼ ਹੋ ਰਹੀਆਂ ਹੈਗੀਆਂ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਮਾਰਟ ਸਿਟੀ ਦੇ ਹਿਸਾਬ ਨਾਲ ਉਹ ਔਚਿੱਤਯ ਪੂਰਾ ਕਰ ਰਹੀ ਹੈ? ਦੇਖੋ, ਸਮਾਰਟ ਸਿਟੀ ਸਭ ਨੂੰ ਪਤਾ ਹੈ ਕਿ ਸਮਾਰਟ ਸਿਟੀ ਲਿਮਟਿਡ ਇੱਕ ਅਲੱਗ ਕੰਪਨੀ ਹੈ, ਤੇ ਜਿਹੜੇ ਸ਼ਹਿਰ ਚੱਲ ਰਹੇ ਨੇ, ਕਾਰਪੋਰੇਸ਼ਨਸ ਵਰਕ ਕਰ ਰਹੀਆਂ ਨੇ, ਉਹ ਵੀ ਪੈਰਲਲ ਵੀ ਕਰ ਰਹੀਆਂ ਨੇ, ਬਟ ਦੇ ਆਰ ਡਿਫਰੈਂਟ ਡਿਪਾਰਟਮੈਂਟਸ। ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰੀਏ ਤਾਂ ਆਪਣੇ ਡਿਫਰੈਂਟ ਏਰੀਆਜ਼ ਦੇ ਵਿੱਚ ਕਈ ਡਿਪਾਰਟਮੈਂਟ ਹੈਗੇ ਨੇ। ਨੋ ਡਾਊਟ ਮੈਜੋਰਟੀ ਹਿੱਸਾ ਕਾਰਪੋਰੇਸ਼ਨ ਦਾ ਹੈ, ਬਟ ਇੰਪਰੂਵਮੈਂਟ ਟਰਸਟ ਆਪਣੇ ਲੋਕੈਲਿਟੀਜ਼ ਨੂੰ ਦੇਖ ਰਿਹਾ ਹੈਗਾ। ਜੇ ਫੋਕਲ ਪੁਆਇੰਟ ਦੀ ਗੱਲ ਕਰੀਏ ਤਾਂ PSIC ਹੈਗਾ, ਤੇ ਗਲਾਡਾ ਜਿਹੜੀਆਂ ਸ਼ਹਿਰ ਤੋਂ ਬਾਹਰ ਦੀਆਂ ਜ਼ਿਆਦਾ ਜਿਹੜੀਆਂ ਡਿਵੈਲਪਮੈਂਟ ਸਕੀਮਾਂ ਦੇ ਉੱਤੇ ਫੋਕਸ ਕਰ ਰਿਹਾ ਹੈਗਾ। ਜੇ ਮਲਹਾਰ ਰੋਡ ਦੀ ਤੁਸੀਂ ਗੱਲ ਕਰਦੇ ਹੋ, ਠੀਕ ਹੈ, ਇਹ ਜਦੋਂ ਮੈਂ, ਕਿਉਂਕਿ ਮੈਨੂੰ ਵੀ ਲੁਧਿਆਣੇ ਆਏ 20-25 ਸਾਲ ਹੋ ਗਏ, ਤੇ ਪਹਿਲਾਂ ਰੈਜ਼ੀਡੈਂਸ਼ੀਅਲ ਲੋਨ ਹੁੰਦੀ ਸੀਗੀ, ਤੇ ਹੌਲੀ ਹੌਲੀ ਇੱਥੇ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਜ਼ ਵਿਦ CLU ਹੋ ਰਹੀਆਂ ਹੈਗੀਆਂ ਨੇ। ਨਹੀਂ ਤਾਂ ਪਹਿਲਾਂ ਮਲਹਾਰ ਸਿਨੇਮਾ ਕਰਕੇ ਮਲਹਾਰ ਰੋਡ ਮਸ਼ਹੂਰ ਹੈਗੀ ਸੀਗੀ, ਤੇ 1-2 ਕਮਰਸ਼ੀਅਲ ਬਿਲਡਿੰਗਾਂ ਆਈਆਂ, ਤੇ ਕਿਉਂਕਿ ਰੋਡ ਚੌੜੀ ਹੈਗੀ ਹੈ ਤੇ ਆਵਾਜਾਈ ਕਾਫੀ ਹੈ, ਤੇ ਇੱਥੇ ਜਿਹੜੀਆਂ ਕਮਰਸ਼ੀਅਲ ਬਿਲਡਿੰਗਾਂ ਐਜ਼ ਏ ਆਰਕੀਟੈਕਟ ਤੁਹਾਡੇ ਹਿਸਾਬ ਨਾਲ ਇਹ ਐਜ਼ ਏ ਸਮਾਰਟ ਸਿਟੀ, ਬਿਕੋਜ਼ ਤੁਸੀਂ ਖਾਲੀ ਡਾਇਰੈਕਟਰ ਨਹੀਂ ਹੋ, ਤੁਸੀਂ ਇੱਕ ਆਰਕੀਟੈਕਟ ਵੀ ਹੋ, ਸੋ ਐਜ਼ ਏ ਤੁਹਾਡੇ IQ, ਤੁਹਾਡੇ ਵਿਜ਼ਨ ਦੇ ਹਿਸਾਬ ਨਾਲ, ਐਜ਼ ਏ ਆਰਕੀਟੈਕਟ, ਐਜ਼ ਏ ਡਾਇਰੈਕਟਰ, ਤੋ ਯੂ ਹੈਵ ਅ 2 ਡਬਲ ਵਿਜ਼ਨ। ਸੋ ਐਜ਼ ਏ ਜੋ ਉੱਥੇ ਕਮਰਸ਼ੀਅਲ ਐਕਟੀਵਿਟੀ ਹੋ ਰਹੀ ਹੈ, ਕਿ ਇਹ ਸਮਾਰਟ ਰੋਡ ਬਣੇਗੀ, ਸਮਾਰਟ ਸਟਰੀਟ ਬਣੇਗੀ? ਹਾਂ, ਸਮਾਰਟ ਰੋਡ ਬਣੇਗੀ। ਸਮਾਰਟ ਐਕਟੀਵਿਟੀਜ਼ ਜਿਹੜੀਆਂ ਕਮਰਸ਼ੀਅਲ ਐਕਟੀਵਿਟੀ ਹੋ ਰਹੀਆਂ, ਤਾਂ ਹੀ ਕਹਿ ਲਓ ਕਿ ਇਹਨੂੰ ਸਮਾਰਟ ਰੋਡ ਚੁਣਿਆ ਗਿਆ ਹੈ। ਰੈਜ਼ੀਡੈਂਸ਼ੀਅਲ ਲੇਨਸ ਆਲਰੇਡੀ ਲਿਮਟਿਡ ਹੁੰਦੀਆਂ, ਸਾਇਲੈਂਟ ਹੁੰਦੀਆਂ, 30 ਫੁੱਟ 40 ਫੁੱਟ ਦੀ ਰੋਡ ਹੁੰਦੀ ਹੈ, ਉੱਥੇ ਉਹ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ। ਇਹ ਰੋਡ ਚੌੜੀ ਵੀ ਹੈਗੀ ਹੈ, ਤੇ ਇੱਥੇ ਕਮਰਸ਼ੀਅਲ ਐਕਟੀਵਿਟੀ ਆਲਰੇਡੀ ਮੈਂ ਸਮਝਦਾ ਕਿ 50% ਤੋਂ ਵੱਧ ਆਲਰੇਡੀ ਹੋ ਚੁੱਕੀ ਹੈ ਪਿਛਲੇ 10-15 ਸਾਲ ਦੇ ਵਿੱਚ, ਕਿ ਜਦੋਂ ਇੱਥੇ ਸਾਰੀਆਂ ਸਰਵਿਸਿਜ਼ ਆਪਣੀਆਂ ਕੰਸੀਲ ਹੋ ਗਈਆਂ। ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਉਹੀ ਪੁੱਛਣਾ ਚਾਹ ਰਿਹਾ ਸੀਗਾ ਕਿ ਐਜ਼ ਏ ਆਰਕੀਟੈਕਟ ਤੁਹਾਨੂੰ ਲੱਗ ਰਿਹਾ ਜਿੱਦਾਂ ਦੀ ਉੱਥੇ ਇਸ ਟਾਈਮ ਉਸਾਰੀ ਹੋ ਰਹੀ ਹੈ, ਜਿੱਦਾਂ ਦਾ ਸਟਰਕਚਰ ਹੈਗਾ ਰੋਡ ਦਾ, ਕਿ ਉਹ ਸਮਾਰਟ ਸਿਟੀ ਦੀ ਜਿਹੜੀ ਸਰਵਿਸਿਜ਼ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ, ਲੋਕੀ ਉਹਨੂੰ ਇੰਜੋਏ ਵੀ ਕਰ ਪਾਉਣਗੇ? ਜਾਂ ਠੀਕ ਹੈ, ਤੁਸੀਂ ਤਾਂ ਸਰਵਿਸਿਜ਼ ਅਵੇਲੇਬਲ ਕਰਵਾ ਦੋਗੇ, ਸਰਕਾਰ ਅਵੇਲੇਬਲ ਕਰਾ ਦੇਗੀ, ਸਮਾਰਟ ਸਿਟੀ 'ਚ ਪ੍ਰੋਜੈਕਟ 'ਚ ਪੈਸਾ ਲੱਗ ਜਾਏਗਾ, ਲੋਕੀ ਉਹਨਾਂ ਨੂੰ ਇੰਜੋਏ ਵੀ ਕਰ ਪਾਉਣਗੇ? ਜਾਂ ਖਾਲੀ ਖਾਨਾ ਪੂਰਤੀ ਰਹਿ ਜਾਏਗੀ, ਮਤਲਬ ਪਈ ਹੈ ਪਰ ਯੂਜ਼ ਨਹੀਂ ਕਰ ਸਕਦੇ? ਜਿਵੇਂ ਰਿਕਸ਼ਾ ਚਲਾਉਣ ਖੜੀ ਹੋਏਗੀ, ਚਲਾਉਣ ਲਈ ਟਰੈਕ ਨਹੀਂ ਹੋਏਗਾ, ਸਾਈਕਲ ਖੜੇ ਹੋਣਗੇ, ਚਲਾਉਣ ਲਈ ਸਾਈਕਲ ਟਰੈਕ ਨਹੀਂ ਹੋਏਗਾ, ਪੈਦਲ ਜਿਹੜਾ ਫੁੱਟਪਾਥ ਇੱਕ ਆਮ ਬੇਸਿਕ ਸਾਡਾ ਉਹ ਹੈਗਾ ਰਾਈਟ ਹੈਗਾ, ਉਹ
ਫੁੱਟਪਾਥ ਹੋਏਗਾ ਪਰ ਮਤਲਬ ਕਾਗਜ਼ਾਂ 'ਚ ਹੀ ਹੋਏਗਾ ਜਾਂ ਉਹ ਇੰਨਾ ਕੁ ਛੋਟਾ ਹੋਏਗਾ ਕਿ ਅਸੀਂ ਚੱਲ ਨਹੀਂ ਸਕਾਂਗੇ। ਸੋ ਇੱਦਾਂ ਦਾ ਤਾਂ ਨਹੀਂ ਹੈ। ਨਹੀਂ, ਇੱਦਾਂ ਨਹੀਂ ਹੋਏਗਾ, ਕਿਉਂਕਿ ਹਰ ਇੱਕ ਸਰਵਿਸ ਜਿਹੜੀ ਸੜਕ ਤੇ ਹੁੰਦੀ ਹੈ, ਚਾਹੇ ਉਹ ਪੇੜ ਪੌਦੇ ਹੈ, ਚਾਹੇ ਵਾਟਰ ਸਪਲਾਈ ਹੈ, ਚਾਹੇ ਸੀਵਰੇਜ ਹੈ, ਚਾਹੇ ਰੇਨ ਵਾਟਰ ਡਿਸਪੋਜ਼ਲ ਹੈਗੀ ਹੈ, ਚਾਹੇ ਬਿਜਲੀ ਦੀਆਂ ਸਰਵਿਸਿਜ਼ ਹੈਗੀਆਂ ਨੇ, ਉਹ ਸਾਰੀਆਂ ਪਲੈਨਡ ਹੋ ਕੇ ਹੀ ਜਿਹੜੇ ਕੰਸਲਟੈਂਟ ਨੇ ਸਮਾਰਟ ਸਿਟੀ ਦੇ ਵਰਕ ਕਰ ਰਹੇ ਹੈਗੇ ਨੇ। ਅਕੋਰਡਿੰਗਲੀ DPR ਬਣਾਈ ਹੈ ਤਾਂ ਕਿ ਰੋਡ ਜਿਹੜੀ ਹੈ ਸਾਫ਼ ਸੁਥਰੀ ਅਟਰੈਕਟਿਵ ਲੱਗੇ, ਲੈਂਡਸਕੇਪਿੰਗ ਵੀ ਹੋਵੇ ਤੇ ਪਾਰਕਿੰਗ ਵੀ ਜਿਹੜੀ ਹੈ ਵੱਧ ਤੋਂ ਵੱਧ ਉੱਥੇ ਦਿੱਤੀ ਜਾ ਸਕੇ। ਸੋ ਲੈਂਡਸਕੇਪਿੰਗ ਵਗੈਰਾ ਸਭ ਕੁਝ ਮਿਲੇਗਾ ਲੋਕਾਂ ਨੂੰ? ਜੀ ਸਰ, ਜ਼ਰੂਰ ਮਿਲੇਗਾ ਜੀ। ਅੱਛਾ, ਇੱਕ ਚੀਜ਼ ਹੋਰ ਕਿ ਜਿਹੜੀ ਕਿ ਸਮਾਰਟ ਸਿਟੀ ਦੇ ਅੰਡਰ ਇਸ ਰੋਡ ਤੇ ਜਿਹੜੀ ਕਮਰਸ਼ੀਅਲ ਬਿਲਡਿੰਗਸ ਹੈਗੀਆਂ ਉਹਨਾਂ ਦੀ ਜਿਹੜੀ ਬੇਸਮੈਂਟਸ ਹੈਗੀਆਂ ਜਿਹੜੀ ਕਿ ਪਾਰਕਿੰਗ ਹੋਣੀ ਚਾਹੀਦੀ ਹੈ, ਉਹ ਉੱਥੇ ਕਮਰਸ਼ੀਅਲ ਐਕਟੀਵਿਟੀਜ਼ ਸ਼ੁਰੂ ਹੋ ਚੁੱਕੀਆਂ, ਉਹ ਕਿੰਨੇ ਕੁ % ਸਹੀ ਹੈ? ਦੇਖੋ, ਜਿਹੜੀਆਂ ਬਿਲਡਿੰਗ ਐਕਟੀਵਿਟੀਜ਼ ਹੈ, ਬਿਲਡਿੰਗਾਂ ਹੁਣ ਕਈ ਤਰ੍ਹਾਂ ਦੀਆਂ ਨੇ, ਉੱਥੇ ਰੈਜ਼ੀਡੈਂਸ਼ੀਅਲ ਵੀ ਨੇ, ਕਮਰਸ਼ੀਅਲ ਵੀ ਨੇ, ਛੋਟੀਆਂ ਵੀ ਨੇ, ਵੱਡੀਆਂ ਵੀ ਨੇ, ਤੇ ਬਿਲਡਿੰਗਾਂ ਜਿਹੜੀਆਂ ਹੈਗੀਆਂ ਦੀਜ਼ ਆਰ ਦਾ ਇਨ ਦਾ ਪ੍ਰੀਵਿਊ ਆਫ ਬਿਲਡਿੰਗ ਡਿਪਾਰਟਮੈਂਟ ਆਫ ਲੋਕਲ ਮੈਂ ਗਵਰਨਮੈਂਟ। ਤਾਂ ਇਹ ਕਹਿ ਰਿਹਾ ਕਿ ਕਮਰਸ਼ੀਅਲ ਐਜ਼ ਏ ਸਮਾਰਟ ਸਿਟੀ ਡਾਇਰੈਕਟਰ ਜਿਹੜੀ ਕਮਰਸ਼ੀਅਲ ਬਿਲਡਿੰਗਸ ਦੀ ਗੱਲ ਕਰ ਰਿਹਾ ਸਿਰਫ, ਉਹਦੀ ਜਿਹੜੀ ਬੇਸਮੈਂਟ ਕਮਰਸ਼ੀਅਲ ਜਿਹੜੀ ਹੈਗੀ ਹੈ ਬਿਲਡਿੰਗ ਦੀ ਪਾਰਕਿੰਗ ਹੋਣੀ ਚਾਹੀਦੀ ਹੈ ਉੱਥੇ, ਪਰ ਕਮਰਸ਼ੀਅਲ ਐਕਟੀਵਿਟੀਜ਼ ਚੱਲ ਰਹੀਆਂ, ਉਹ ਕਿੱਥੇ ਤੱਕ ਸਹੀ ਹੈ? ਹਾਂ, ਜੇ ਬੇਸਮੈਂਟ ਹੈ, ਜੇ ਬੇਸਮੈਂਟਾਂ ਜਿਹੜੀਆਂ ਹੈਗੀਆਂ ਪ੍ਰਾਇਮਰੀਲੀ ਮੈਂਟ ਫॉर ਪਾਰਕਿੰਗ ਹੀ ਹੁੰਦੀਆਂ, ਔਰ ਨਕਸ਼ੇ ਵੀ ਉਹਨਾਂ ਦੇ ਜੇ ਪਾਰਕਿੰਗ ਲਈ ਪਾਸ ਹੋਏ ਹੈ ਤਾਂ ਉਹ ਪਾਰਕਿੰਗ ਲਈ ਹੀ ਵਰਤੀਆਂ ਜਾਣੀਆਂ ਜਾ ਸਕਦੀਆਂ ਨੇ, ਤੇ ਉਹਨੂੰ ਜਿਹੜਾ ਚੈੱਕ ਕਰਨਾ ਪੈਣਾ ਹੈ ਤੇ ਮਹਿਕਮੇ ਨੂੰ ਚਾਹੀਦਾ ਉਹਨੂੰ ਚੈੱਕ ਕੀਤਾ ਜਾਵੇ ਜਿਹੜੀ ਪਾਰਕਿੰਗ ਲਈ ਚੀਜ਼ ਬਣੀ ਹੈ ਔਰ ਪਾਰਕਿੰਗ ਲਈ ਹੀ ਵਰਤੋਂ ਹੋਵੇ। ਨਹੀਂ ਤਾਂ ਆਪਾਂ ਦੇਖ ਰਹੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨਾ ਬੁਰਾ ਹਾਲ ਹੈ, ਆਪਣੀ ਸਭ ਤੋਂ ਵੱਡੀ ਸਮੱਸਿਆ ਹੀ ਪਾਰਕਿੰਗ ਔਰ ਟ੍ਰੈਫਿਕ ਹੈਗੀ ਹੈ। ਜੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਜੇ ਕੁਝ ਵੀ ਵਹੀਕਲ ਪਾਰਕਿੰਗ 'ਚ ਨਹੀਂ ਖੜੇ ਕਰਾਂਗੇ ਤਾਂ ਇੱਕ ਆਪਣੇ ਆਪ ਲਈ ਆਪਾਂ ਰੁਕਾਵਟ ਖੜੀ ਕਰ ਰਹੇ ਹਾਂ। ਸੋ ਤੁਹਾਡੇ ਕਹਿਣ ਦਾ ਮਤਲਬ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਸ਼ਹਿਰ ਨੂੰ ਜੇ ਸਮਾਰਟ ਸਿਟੀ ਬਣਾਉਣਾ ਸੀ ਤੇ ਖਾਲੀ 5-7 ਵੱਡੀਆਂ ਪਾਰਕਿੰਗਾਂ ਹੀ ਬਣਾ ਦਿੰਦੇ, ਆਪੇ ਹੀ ਸ਼ਹਿਰ ਸਮਾਰਟ ਹੋ ਜਾਣਾ ਸੀ। ਨਹੀਂ, ਇਕੱਲੀਆਂ ਪਾਰਕਿੰਗ ਨਾਲ ਤਾਂ ਨਹੀਂ, ਨੋ ਡਾਊਟ ਪਾਰਕਿੰਗ ਆਪਾਂ ਨੂੰ ਚਾਹੀਦੀਆਂ ਨੇ। ਦਿੱਲੀ, ਮੁੰਬਈ ਦੇ, ਬੈਂਗਲੁਰੂ ਦੇ ਪੈਟਰਨ ਤੇ ਲੁਧਿਆਣੇ ਇਜ਼ ਅ ਸਿਟੀ ਆਫ ਕਾਰਜ਼ ਆਲਸੋ, ਇਹ ਮਾਨਚੈਸਟਰ ਆਫ ਇੰਡੀਆ ਹੀ ਨਹੀਂ ਹੈਗਾ, ਕਾਰਾਂ ਦਾ ਸ਼ਹਿਰ ਹੈ। ਆਪਾਂ ਨੂੰ ਪਤਾ ਹੈ ਕਿ ਇੱਥੇ ਬੈਡਰੂਮ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ 3, 4, 5 ਹੋਣਗੇ, ਕਾਰਾਂ ਵੀ 4, 5 ਹੁੰਦੀਆਂ ਹੈਗੀਆਂ ਨੇ। ਸੋ ਇੱਥੇ ਆਪਾਂ ਨੂੰ 1, 2, 3 ਨਹੀਂ ਬਲਕਿ ਮੈਂ ਤਾਂ ਇਹ ਕਹੂੰਗਾ ਜੇ 20 ਜਿਹੜੀਆਂ ਇੰਪੋਰਟੈਂਟ ਵੱਡੀਆਂ ਸੜਕਾਂ ਨੇ ਜਿੱਥੇ ਜ਼ਿਆਦਾ ਦਫ਼ਤਰ ਨੇ, ਕਮਰਸ਼ੀਅਲ ਐਕਟੀਵਿਟੀਜ਼ ਹੈ, ਐਟਲੀਸਟ 20 ਮਲਟੀ ਸਟੋਰੀ ਪਾਰਕਿੰਗ ਲੁਧਿਆਣੇ ਨੂੰ ਇਮੀਡੀਏਟਲੀ ਚਾਹੀਦੀਆਂ ਹੈਗੀਆਂ ਨੇ। ਅੱਛਾ ਸਰ, ਮੈਂ ਇਹ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਆਪ ਕਿਹਾ ਕਿ ਸਮਾਰਟ ਸਿਟੀ ਦਾ ਮਤਲਬ ਹੁੰਦਾ ਹੈ ਜਿੱਥੇ ਸਮਾਰਟ ਤਰੀਕੇ ਨਾਲ ਰਿਹਾ ਜਾ ਸਕੇ, ਜਿੱਥੇ ਜਾ ਕੇ ਖੁਸ਼ੀ ਹੋਵੇ। ਚੰਡੀਗੜ੍ਹ ਦਾ ਤੁਸੀਂ ਐਗਜ਼ਾਮਪਲ ਦਿੱਤਾ ਜਿਹੜਾ ਕਿ ਮੋਸਟ ਬਿਊਟੀਫੁਲ ਸਿਟੀ ਆਫ ਲੁਧਿਆਣਾ ਇੰਡੀਆ ਕਿਹਾ ਜਾਂਦਾ, ਜਿਹਨੂੰ ਪਹਿਲੇ ਦੂਸਰੇ ਨੰਬਰ 'ਤੇ ਆ ਜਾਂਦਾ। ਸੋ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਇੱਥੇ ਜੇ ਮਲਾਰ ਰੋਡ ਜਿਹਨੂੰ ਕਿ ਸਮਾਰਟ ਸਟਰੀਟ ਦਾ ਇੱਕ ਦਰਜਾ ਦਿੱਤਾ ਜਾ ਰਿਹਾ ਹੈ, ਸਮਾਰਟ ਰੋਡ ਦਾ ਦਰਜਾ ਦਿੱਤਾ ਜਾ ਰਿਹਾ ਹੈ, ਉਸ ਰੋਡ 'ਤੇ 5-5 ਮੰਜ਼ਿਲਾਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਤੇ ਸਮਾਰਟ ਉਹ 5-5 ਮੰਜ਼ਿਲਾ ਬਿਲਡਿੰਗਾਂ ਜਦੋਂ ਬਣਨ ਤੋਂ ਬਾਅਦ ਕੀ ਉਹ ਰੋਡਸ ਦਾ ਵਿਜ਼ਨ ਵਿਊ ਜਿਹੜਾ ਜਿਵੇਂ ਤੁਸੀਂ ਆਰਕੀਟੈਕਚਰ ਵਿਊ ਤੁਸੀਂ ਤਾਂ ਓਬਜ਼ਰਵ ਕਰ ਸਕਦੇ ਹੋ, ਓਵਰਵਿਊ ਕਰ ਸਕਦੇ ਹੋ ਕਿ ਉਹ ਵਾਕਈ ਸਮਾਰਟ ਰਹਿ ਵੀ ਜਾਏਗਾ ਜਾਂ ਖਾਲੀ ਨਕਸ਼ੇ ਹੀ ਰਹਿ ਜਾਣਗੇ? ਨਹੀਂ, ਸਮਾਰਟ ਰਹੇਗਾ ਐਸਾ ਨਹੀਂ ਹੈ, ਕਿਉਂਕਿ ਰੋਡ ਦੀ ਵਿਡਥ ਅੱਛੀ ਹੈਗੀ ਹੈ ਤੇ ਉੱਥੇ ਜੋ ਵੀ ਪਲਾਟ ਦਾ ਸਾਈਜ਼ ਹੈ, ਵੱਡੇ ਪਲਾਟ ਤੇ ਵੱਡੀ ਬਿਲਡਿੰਗ ਬਣ ਸਕਦੀ ਹੈ। ਤੇ ਮਲਹਾਰ ਸਿਨੇਮਾ ਵੀ ਉਹਦੀ ਹਾਈਟ ਸੀਗੀ ਤੇ ਉੱਥੇ ਹੁਣ ਫਲੇਮਸ ਮਾਲ ਬਣਿਆ, ਉਹਦੀ ਵੀ ਹਾਈਟ ਮਲਟੀ ਸਟੋਰੀ ਵਾਲੀ ਸੀ ਤੇ ਕੁਝ ਹੋਰ ਬਿਲਡਿੰਗਾਂ ਨੇ। ਪਲਾਟ ਵੱਡਾ ਹੈ, ਛੋਟੇ ਪਲਾਟ ਸੇ ਵੀ 5-5 ਮੰਜ਼ਿਲੀ ਬਿਲਡਿੰਗ ਬਣ ਜਾਣ ਤੋਂ ਬਾਅਦ ਕੀ ਉਸ ਰੋਡ ਦੀ ਸਮਾਰਟਨੈਸ ਰਹਿ ਜਾਏਗੀ? ਨਹੀਂ, ਉਹ ਗੱਲ ਨਹੀਂ ਹੈ, ਪਰ ਜਿੰਨੀ ਉਸ ਪਲਾਟ ਦੇ ਉੱਤੇ ਪਰਮਿਸਿਬਲ ਏਰੀਆ ਅਲਾਊਡ ਹੈ, ਜਿੰਨੀ ਉਹਦੀ FAR ਦੇ ਮੁਤਾਬਿਕ ਹਾਈਟ ਅਲਾਊਡ ਹੈ, ਉਨੀ ਹੀ ਬਣਨੀ ਚਾਹੀਦੀ ਹੈ, ਉਨੀ ਬਣਾਉਣੀ ਚਾਹੀਦੀ ਹੈਗੀ ਹੈ। ਤੇ ਜੇ ਇੱਕ ਲਿਮਿਟ ਤੋਂ ਵੱਧ ਕੰਸਟਰਕਸ਼ਨ ਐਕਟੀਵਿਟੀ ਆਪਾਂ ਕਰ ਲਾਂਗੇ, ਇੱਕ ਬਿਲਡਿੰਗ ਨਹੀਂ, ਇੱਕ ਪਲਾਟ ਦੀ ਗੱਲ ਨਹੀਂ ਕਰਦੇ, ਸਾਰੀ ਸੜਕ ਦੀ ਗੱਲ ਕਰਦੇ ਹਾਂ, ਤਾਂ ਨੈਚੁਰਲੀ ਉੱਥੇ ਆਉਣ ਵਾਲੇ ਲੋਕਾਂ ਦੀ ਆਵਾਜਾਈ ਵੱਧ ਜੂਗੀ, ਆਵਾਜਾਈ ਵਧੂ ਤਾਂ ਸਕੂਟਰ ਕਾਰਾਂ ਹੀ ਵਧਣਗੀਆਂ, ਫਿਰ ਪ੍ਰੋਬਲਮ ਬਣ ਜਾਏਗੀ। ਓਕੇ, ਸੋ ਬਿਨਾਂ ਪਾਰਕਿੰਗ, ਹੁਣ ਜਿਵੇਂ ਤੁਸੀਂ ਕਿਹਾ ਸਕੂਟਰ ਕਾਰਾਂ ਵੱਧ ਜਾਣਗੀਆਂ, ਚੀਜ਼ਾਂ ਹੋਣਗੀਆਂ, ਉਹਦੇ ਤੋਂ ਹੀ ਸੋਚਣ ਅਗਲਾ ਆ ਗਿਆ ਕਿ ਬਿਨਾਂ ਪਾਰਕਿੰਗ ਤੋਂ ਕੀ ਉਹ ਸਮਾਰਟ ਸਿਟੀ ਨੂੰ ਸਮਾਰਟ ਸਿਟੀ ਦਾ ਦਰਜਾ ਦੇਣਾ ਕਿੱਥੇ ਤੱਕ ਜਾਇਜ਼ ਹੈ? ਨਹੀਂ, ਉਹ ਨਹੀਂ ਹੈ, ਕਿਉਂਕਿ ਸਮਾਰਟ ਸਿਟੀ ਦੇ ਜਿਹੜੇ ਕੰਮ ਸ਼ੁਰੂ ਹੋਏ ਨੇ ਉਹ ਰੀਸੈਂਟਲੀ ਸ਼ੁਰੂ ਹੋਏ ਨੇ। ਸਮਾਰਟ ਸਿਟੀ ਤਾਂ ਆਲਰੇਡੀ ਜਿਹੜੇ ਸਿਟੀ ਦੀ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨ ਲਈ ਬਣੀਆਂ ਹੈਗੀ ਹੈ। ਸਮਾਰਟ ਸਿਟੀ ਮਿਸ਼ਨ ਜਿਹੜਾ ਹੈ ਉਹ ਉਸ 'ਤੇ ਕੰਮ ਹੋ ਰਿਹਾ ਹੈਗਾ, ਚਾਹੇ ਉਹ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਡਿਫਰੈਂਟ ਵੇ ਨਾਲ ਕੰਮ ਹੋ ਰਿਹਾ ਹੈ ਤੇ ਰੋਡ ਦੇ ਉੱਤੇ ਉਹਨੂੰ ਕੰਫਰਟੇਬਲ ਬਣਾਉਣ ਲਈ ਕੰਮ ਹੋ ਰਿਹਾ। ਉਹਦਾ ਬਿਲਡਿੰਗਸ ਦੀ ਜਿਹੜੀ ਐਕਟੀਵਿਟੀਜ਼ ਅਗਰ ਪ੍ਰਾਇਮਰੀਲੀ ਗੱਲ ਕਰੀਏ, ਕੋਈ ਬਿਲਡਿੰਗਾਂ ਕੋਈ 50 ਸਾਲ ਪੁਰਾਣੀ, ਕੋਈ 40 ਸਾਲ ਪੁਰਾਣੀ ਹੈ, ਕੋਈ ਅੱਜ ਸ਼ੁਰੂ ਹੋਈ ਹੈ, ਕੋਈ ਪਿਛਲੇ ਸਾਲ ਬਣੀ ਹੈ। ਕਮਰਸ਼ੀਅਲ ਬਿਲਡਿੰਗਾਂ ਸਿਰਫ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵਿਦ ਡਿਊ ਰਿਸਪੈਕਟ, ਕਿਉਂਕਿ ਤੁਸੀਂ ਸਮਾਰਟ ਸਿਟੀ ਦੇ ਡਾਇਰੈਕਟਰ ਹੋ, ਜਿੱਥੇ ਤੱਕ ਸਾਡੀ ਨੌਲੇਜ ਹੈਗੀ ਹੈ ਉਸ ਰੋਡ 'ਤੇ ਕਮਰਸ਼ੀਅਲ ਬਿਲਡਿੰਗ ਸਿਰਫ 2000 ਮੈਂ ਗੱਲ ਕਰ ਰਿਹਾ 2005 ਦੇ ਹਿਸਾਬ ਨਾਲ 2 ਹੀ ਕਮਰਸ਼ੀਅਲ ਬਿਲਡਿੰਗਸ ਐਜ਼ ਪਰ ਗਵਰਨਮੈਂਟ ਰਿਕਾਰਡਸ 2 ਹੀ ਕਮਰਸ਼ੀਅਲ ਬਿਲਡਿੰਗਸ ਅਪਰੂਵਡ ਵਾਲੀਆਂ ਸੀਗੀਆਂ।
ਸੋ ਆਪਾਂ 50 ਸਾਲ ਦੀ ਮੈਂ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਰੈਜ਼ੀਡੈਂਸ਼ੀਅਲ ਰੋਡ ਹੈ, ਤੁਸੀਂ ਆਪ ਹੀ ਆਪਣੇ ਉਹਦੇ ਵਿੱਚ ਦੱਸਿਆ। ਤਾਂ ਰੈਜ਼ੀਡੈਂਸ਼ੀਅਲ ਰੋਡ 'ਤੇ 50 ਸਾਲ ਪਹਿਲਾਂ ਤਾਂ ਇੰਨਾ ਬੜਾ ਸਰਾਭਾ ਨਗਰ ਬਸਿਆ ਵੀ ਨਹੀਂ ਸੀ। ਸੋ ਇਸ ਰੋਡ 'ਤੇ ਸਿਰਫ 2000 ਜੇ ਆਪਾਂ 5 ਦੀ ਗੱਲ ਕਰੀਏ, ਅੱਜ ਤੋਂ 15 ਸਾਲ ਪਹਿਲਾਂ, ਤਾਂ ਉਦੋਂ ਇਹ 100% ਪਿਓਰਲੀ ਰੈਜ਼ੀਡੈਂਸ਼ੀਅਲ ਰੋਡ ਸੀ ਔਰ ਸਿਰਫ ਐਜ਼ ਪਰ ਗਵਰਨਮੈਂਟ ਰਿਕਾਰਡ ਸਿਰਫ 2 ਬਿਲਡਿੰਗਸ ਕਮਰਸ਼ੀਅਲ ਅਪਰੂਵਡ ਸੀਗੀਆਂ। ਸੋ ਉਸ ਤੋਂ ਬਾਅਦ ਹੁਣ ਤੱਕ ਮੈਂ ਕਹਿ ਰਿਹਾ ਕਿ ਜਦੋਂ ਬਿਲਡਿੰਗਾਂ ਹੀ ਹੁਣ ਬਣ ਰਹੀਆਂ, ਸੋ ਉਹਦੇ ਵਿੱਚ ਵਿਦਾਊਟ ਪਾਰਕਿੰਗ ਉਸ ਰੋਡ ਨੂੰ ਕੀ ਸਮਾਰਟ ਰੋਡ ਕਿਹਾ ਜਾ ਸਕਦਾ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਉੱਥੇ ਰੈਜ਼ੀਡੈਂਸ਼ੀਅਲ ਤੋਂ ਇਲਾਵਾ ਕਮਰਸ਼ੀਅਲ ਬਿਲਡਿੰਗਾਂ ਜ਼ਿਆਦਾ ਪਾਸ ਹੋ ਕੇ ਬਣ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਇਨ ਹਾਊਸ ਬੇਸਮੈਂਟ ਦੇ ਵਿੱਚ ਪਾਰਕਿੰਗ ਦੀ ਜਿਹੜੀ ਵਿਵਸਥਾ ਹੋਣੀ ਬੜੀ ਜ਼ਰੂਰੀ ਹੈ। ਅਤੇ ਖਾਸ ਕਰ ਜਿਹੜੀਆਂ ਦਰਮਿਆਨੀਆਂ ਜਾਂ ਵੱਡੀਆਂ ਬਿਲਡਿੰਗਾਂ ਨੇ ਉੱਥੇ ਤਾਂ 100% ਜ਼ਰੂਰੀ ਹੈ। ਜੇ ਵੱਡੀ ਬਿਲਡਿੰਗ ਦੇ ਵਿੱਚ ਅਸੀਂ ਮਾਲ ਬਣਾਉਂਦੇ ਹਾਂ, 2 ਬੇਸਮੈਂਟਾਂ ਬਣਾ ਸਕਦੇ ਹਾਂ, 3 ਵੀ ਬਣਾਉਂਦੇ ਹੈਗੇ ਹਾਂ, ਤਾਂ ਜਿਹੜੀ ਕਮਰਸ਼ੀਅਲ ਐਕਟੀਵਿਟੀ ਵਾਲੀ ਬਿਲਡਿੰਗਸ ਹੈਗੀਆਂ ਉਹਦੇ ਵਿੱਚ ਘੱਟੋ ਘੱਟ 1 ਬੇਸਮੈਂਟ ਦਾ ਪਾਰਕਿੰਗ ਦੀ ਲਾਜ਼ਮੀ ਹੈਗੀ ਹੈ, ਜੋ ਵੀ ਰੂਲਸ ਰੈਗੂਲੇਸ਼ਨ ਨੇ। ਅਗਰ ਪਾਰਕਿੰਗ ਦੀ ਵਿਵਸਥਾ ਬਿਲਡਿੰਗਾਂ ਦੇ ਅੰਦਰ ਨਹੀਂ ਹੋਏਗੀ, ਜਿਹੜੀਆਂ ਬਿਲਡਿੰਗਾਂ ਵੱਡੀਆਂ ਨੇ, ਹੈਵੀ ਨੇ, ਮਲਟੀ ਸਟੋਰੀ ਨੇ, ਤਾਂ ਉਹ ਆਪਾਂ ਨੂੰ ਕੋਈ ਨਾ ਕਦੇ ਪਰੇਸ਼ਾਨੀ ਤਾਂ ਮੋਲ ਲੈਣੀ ਪਏਗੀ। ਕਿਉਂਕਿ ਆਪਣਾ ਸਮਾਰਟ ਸਿਟੀ ਦਾ ਜਿਹੜਾ ਔਚਿੱਤਯ ਹੈ, ਜਿਹੜਾ ਆਪਾਂ ਇੰਨੀ ਮਿਹਨਤ ਸਾਰੇ ਸਟਰਗਲ ਕਰ ਰਹੇ ਹਾਂ ਅੱਜ, ਜਿਹਦੇ ਲਈ ਪਰੇਸ਼ਾਨੀ ਵੀ ਝੇਲ ਰਹੇ ਹਾਂ ਇੱਕ ਲੈਵਲ ਤੱਕ, ਤੇ ਉਹ ਸਾਰਾ ਡਿਫੀਟ ਹੋ ਜਾਏਗਾ। ਨਹੀਂ, ਡਿਫੀਟ ਤਾਂ ਨਹੀਂ ਕਹਿ ਸਕਦੇ, ਇਹਨੂੰ ਡਿਫੀਟ ਵਰਡ ਨਹੀਂ ਯੂਜ਼ ਕਰਾਂਗੇ ਕਿ ਅਗਰ 2 ਬਿਲਡਿੰਗਾਂ 4 ਬਿਲਡਿੰਗਾਂ ਗਲਤ ਹੋਣ ਇੱਕ ਸੜਕ ਦੇ ਉੱਤੇ ਜਾਂ ਉਹਨਾਂ ਦੀ ਪਾਰਕਿੰਗ ਪ੍ਰੋਪਰ ਨਾ ਹੋਵੇ ਐਜ਼ ਪਰ ਕਾਨੂੰਨ ਜਿਹੜੀ ਹੈ, ਬਟ ਇਟ ਵਿਲ ਕ੍ਰੀਏਟ ਅ ਨਿਊਸੈਂਸ ਜੇ ਕੋਈ ਹੁੰਦੀ ਹੈਗੀ ਹੈ। ਅਤੇ ਉਸ 'ਤੇ ਮੈਂ ਚਾਹੁੰਦਾ ਕਿ ਕੰਸਰਨ ਡਿਪਾਰਟਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ। ਜਿਹੜੇ ਲੋਕ ਆਪਣੀ ਅਨਆਥੋਰਾਈਜ਼ਡ ਹਾਈਟ ਵਧਾ ਰਹੇ ਨੇ ਅਤੇ ਬੇਸਮੈਂਟਾਂ ਨੂੰ ਅਨਆਥੋਰਾਈਜ਼ ਵੇ ਨਾਲ ਕਮਰਸ਼ੀਅਲ ਪਰਪਜ਼ ਲਈ ਯੂਜ਼ ਕਰ ਰਹੇ ਨੇ। ਉਹ ਇਹੀ ਰਿਹਾ ਨਾ ਕਿ ਜਿਹੜੇ 3 ਖਰਾਬ ਸੀਗੇ ਉਹਨਾਂ ਨੂੰ ਦੇਖ ਕੇ ਜਿਹੜੇ ਦੂਸਰੇ ਸਹੀ ਸੀਗੇ ਉਹ ਵੀ ਕਹਿੰਦੇ ਜਦੋਂ ਉਹਦਾ ਕੱਖ ਨਹੀਂ ਵਿਗੜਿਆ ਤਾਂ ਮੇਰਾ ਕੀ ਵਿਗੜਨਾ, ਉਹਨੇ ਵੀ ਦੂਜਾ ਕਰਨਾ ਸ਼ੁਰੂ ਕਰਤਾ। ਐਂਡ ਆਫ ਦਾ ਡੇ ਕਿ ਅੱਜ ਹਾਲਾਤ ਇੱਦਾਂ ਦੇ ਹੋਣ ਜਾ ਰਹੇ ਆ, ਜਿੱਦਾਂ ਤੁਸੀਂ ਖੁਦ ਕਿਹਾ 50% ਆਲਰੇਡੀ ਮਾਰਕੀਟ ਕਮਰਸ਼ੀਅਲ ਡਿਵੈਲਪ ਹੋ ਚੁੱਕੀ ਹੈ ਔਰ ਮੈਕਸਿਮਮਸ ਨੇ ਨਾਲ ਦੇ ਨੂੰ ਦੇਖ ਕੇ ਨਾਲ ਦੇ ਨੇ ਹਰੇਕ ਨੇ ਆਪਣੀ ਜਿਹੜੀ ਹੈ ਕਮਰਸ਼ੀਅਲ ਐਕਟੀਵਿਟੀ ਕਰਨੀ ਸ਼ੁਰੂ ਕਰਤੀ ਬੇਸਮੈਂਟ ਦੇ ਵਿੱਚ। ਮਤਲਬ ਮੈਕਸਿਮਮ ਜੇ ਬੇਸਮੈਂਟ ਬਣਾਈ ਹੈ ਤਾਂ ਉਹ ਖਾਨਾ ਪੂਰਤੀ ਹੈ, ਉੱਥੇ ਇੱਦਾਂ ਦੇ ਬਣਾ ਦਿੱਤੇ ਹੈ ਉੱਥੇ ਗੱਡੀਆਂ ਹੀ ਨਹੀਂ ਜਾ ਸਕਦੀਆਂ। ਐਗਰੀਡ। ਫਿਰ ਉਸ ਕੰਡੀਸ਼ਨ ਦੇ ਵਿੱਚ ਤੇ ਆਪਾਂ ਨੂੰ 3 ਮੰਜ਼ਿਲ ਤੋਂ ਵੱਧ ਪਰਮਿਸ਼ਨ ਨਹੀਂ ਦੇਣੀ ਚਾਹੀਦੀ, ਜਿਹੜੀ ਕਿ ਨਾਰਮਲੀ ਹਾਈਟ ਹੁੰਦੀ ਹੈਗੀ ਹੈ, ਰੈਜ਼ੀਡੈਂਸ਼ੀਅਲ ਹਾਈਟ ਹੁੰਦੀ ਹੈਗੀ ਹੈ। ਜੇ ਲੋਕ ਇਸ ਨੂੰ ਨਹੀਂ ਮੰਨਣਗੇ ਤਾਂ ਉਹਨਾਂ ਨੂੰ ਤਾਂ ਰੁਕਾਵਟ ਹੋਏਗੀ, ਸ਼ਹਿਰ ਵਾਸੀਆਂ ਨੂੰ ਵੀ ਰੁਕਾਵਟ ਹੋਏਗੀ ਜਿਹੜੀ। ਔਰ ਇਹ ਸਾਰਿਆਂ ਤੋਂ ਇਲਾਵਾ ਜਿਹੜੇ ਉੱਥੇ ਰੂਫ ਟਾਪ ਤੇ ਰੈਸਟੋਰੈਂਟਸ ਚੱਲ ਰਹੇ ਆ, ਦੈਟ ਇਜ਼ ਟੋਟਲੀ ਡਿਫਰੈਂਟ। ਇਹ ਸਿਰਫ 5 ਮੰਜ਼ਿਲੀ ਬਿਲਡਿੰਗ ਹੈ, ਉਹ ਤਾਂ 6ਵੀਂ ਮੰਜ਼ਿਲੀ ਬਿਲਡਿੰਗ ਜਿਹੜੀ ਕਿ ਰੂਫ ਹੁੰਦੀ ਸੀ, ਉਹਦੇ ਤੇ ਅਲੱਗ ਰੈਸਟੋਰੈਂਟਸ ਖੁੱਲ੍ਹ ਗਏ। ਸੋ ਉਹਨਾਂ ਦਾ ਇੱਕ ਅਲੱਗ ਰਸ਼। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਣਾ ਚਾਹ ਰਹੇ ਹਾਂ ਕਿ ਜਿਸ ਸਾਰੇ ਸਮਾਰਟ ਸਿਟੀ ਦਾ ਲੋਕ ਡ੍ਰੀਮ ਦੇਖ ਰਹੇ ਆ, ਕਿਉਂਕਿ ਜਿੰਨੀ ਹਾਈਪ ਹੈਗੀ ਹੈ ਕਿ ਉਹ ਡ੍ਰੀਮ ਕਦੀ ਐਕਚੁਅਲ 'ਚ ਰਿਅਲਾਈਜੇਸ਼ਨ ਲਿਵਿੰਗ 'ਚ ਮਹਿਸੂਸ ਵੀ ਕਰ ਪਾਉਣਗੇ ਜਾਂ ਖਾਲੀ ਉਹੀ ਕੰਜਸਟਡ ਹੋ ਕੇ ਹਾਲਾਤ ਉੱਦਾਂ ਦਾ ਹੋ ਗਿਆ ਕਿ ਜੈਮ ਲੱਗ ਗਿਆ ਪੂਰਾ? ਨਹੀਂ, ਉਹ ਡ੍ਰੀਮ ਜ਼ਰੂਰ ਪੂਰੇ ਹੋਣਗੇ। ਅਤੇ ਲੇਕਿਨ ਇਸ ਲਈ ਮੈਂ ਚਾਹੂੰਗਾ ਕਿ ਜਿਹੜਾ ਤਾਲਮੇਲ ਹੈ ਡਿਪਾਰਟਮੈਂਟਸ ਦਾ ਉਹ ਜ਼ਿਆਦਾ ਹੋਣਾ ਚਾਹੀਦਾ ਹੈਗਾ। ਚਾਹੇ ਉਹ ਕਾਰਪੋਰੇਸ਼ਨ ਦੇ ਅਲੱਗ-ਅਲੱਗ ਜ਼ੋਨ ਨੇ ABCD ਜਿਹਦੇ ਅੰਡਰ ਆ ਰਹੀ ਹੈਗੀ ਹੈ, ਅਤੇ ਸਮਾਰਟ ਸਿਟੀ ਲਿਮਟਿਡ ਕੰਪਨੀ ਹੈ, ਅਤੇ ਹੋਰ ਜਿਹੜੇ ਮਹਿਕਮੇ ਸ਼ਹਿਰ ਨੂੰ ਸਾਫ਼ ਸੁਥਰਾ ਮਜ਼ਬੂਤ ਬਣਾਉਣ ਲਈ ਹੁੰਦੇ ਨੇ, ਉਹ ਸਭ ਦਾ ਤਾਲਮੇਲ ਜ਼ਰੂਰੀ ਹੈ। ਆਪਾਂ ਦੇਖ ਰਹੇ ਕਿ ਆਪਣੇ ਸ਼ਹਿਰ 'ਚ ਫਿਰੋਜ਼ਪੁਰ ਰੋਡ ਬਣ ਰਹੀ ਹੈ, ਉਹ ਨੈਸ਼ਨਲ ਹਾਈਵੇ ਦੇ ਅੰਡਰ ਹੈਗੀ ਹੈ। ਅਤੇ ਪਹਿਲਾਂ ਹੀ ਮੈਂ ਕਹਿ ਚੁੱਕਿਆ ਕਿ ਇੰਪਰੂਵਮੈਂਟ ਟਰਸਟ ਆਪਣਾ ਕੰਮ ਕਰ ਰਿਹਾ, ਗਲਾਡਾ ਆਪਣਾ ਕੰਮ ਕਰ ਰਿਹਾ। ਜੇ ਡਿਪਾਰਟਮੈਂਟ ਜ਼ਿਆਦਾ ਨੇ ਤਾਂ ਉਹਨਾਂ ਦਾ ਤਾਲਮੇਲ ਵੀ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈਗਾ। ਜੇ ਬਿਲਡਿੰਗ ਡਿਪਾਰਟਮੈਂਟ ਆਪਣਾ ਐਕਸ਼ਨ ਟਾਈਮ ਸਿਰ ਲਊਗਾ ਤਾਂ ਹੀ ਸਮਾਰਟ ਸਿਟੀ ਸਹੀ ਬਣੂਗਾ। ਜੇ ਦੂਜਾ ਡਿਪਾਰਟਮੈਂਟ ਉਸ 'ਤੇ ਐਕਸ਼ਨ ਨਹੀਂ ਲਊਗਾ ਤਾਂ ਇਹ ਜਿਹੜੀ ਪ੍ਰੋਬਲਮ ਹੈ ਵੱਧਦੀ ਰਹੂਗੀ ਅਤੇ ਆਪਾਂ ਸੁਖੀ ਨਹੀਂ ਰੱਖ ਪਾਵਾਂਗੇ। ਸਰ, ਇੱਕ ਹੋਰ ਚੀਜ਼ ਐਜ਼ ਏ ਤੁਸੀਂ ਸਮਾਰਟ ਸਿਟੀ ਦੇ ਡਾਇਰੈਕਟਰ ਹੋ ਅਤੇ ਤੁਹਾਡੀ ਜਵਾਬਦੇਹੀ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੋ ਜਾਂਦੀ ਹੋਣੀ, ਆਏ ਦਿਨ ਤੁਹਾਨੂੰ ਕੁਐਸਚਨਿੰਗ ਹੁੰਦੀ ਹੈ। ਸੋ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਤੁਸੀਂ ਬਹੁਤ ਸਾਰੀਆਂ ਅਨਿਯਮਿਤਾਵਾਂ ਤਾਂ ਤੁਸੀਂ ਦੇਖੀਆਂ ਕਿ ਬਹੁਤ ਸਾਰੀਆਂ ਅਣਗਹਿਲੀਆਂ ਹੋ ਰਹੀਆਂ, ਉਹ ਅਣਗਹਿਲੀਆਂ ਨੂੰ ਦੇਖ ਕੇ ਕੀ ਕਦੀ ਤੁਸੀਂ ਆਵਾਜ਼ ਚੱਕੀ ਹੈ ਸਰਕਾਰ ਨੂੰ, ਲੋਕਲ ਗਵਰਨਮੈਂਟਸ ਨੂੰ, ਲੋਕਲ ਬਾਡੀਜ਼ ਨੂੰ, ਆਪਣੇ ਕੁਲੀਗ ਡਿਪਾਰਟਮੈਂਟਸ ਨੂੰ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਆਹ ਗਲਤ ਹੋ ਰਿਹਾ? ਮੈਂ ਐਜ਼ ਏ ਸਮਾਰਟ ਸਿਟੀ ਦਾ ਡਾਇਰੈਕਟਰ ਹਾਂ, ਕਿਉਂਕਿ ਦੇਖੋ ਫੇਮ ਬਹੁਤ ਹੈ ਤਾਂ ਡੀਫੇਮ ਵੀ ਬਹੁਤ ਹੋਏਗਾ, ਦੋਨੋਂ ਪਲੱਸ ਮਾਈਨਸ ਦੋਨੋਂ ਬਰਾਬਰ ਚੱਲਦੇ ਆ। ਸੋ ਹਲਕੀ ਜੀ ਉਹ ਕਹਿੰਦੇ ਸਾਵਧਾਨੀ ਹਟੀ ਤੋਂ ਦੁਰਘਟਨਾ ਘਟੀ ਵਾਲਾ ਗੱਲ ਹੈ ਕਿ ਕੀ ਤੁਸੀਂ ਸਾਵਧਾਨੀਆਂ ਵਰਤ ਰਹੇ ਹੋ ਐਜ਼ ਏ ਜੋ ਡਾਇਰੈਕਟਰ? ਤੁਹਾਡੀ ਜ਼ਿੰਮੇਵਾਰੀਆਂ ਤੁਸੀਂ ਪ੍ਰਸ਼ਾਸਨ ਦੇ ਨੋਟਿਸ 'ਚ ਲਿਆ ਰਹੇ ਹੋ? ਅਤੇ ਆਈ ਐਮ ਵਨ ਆਫ ਦਾ ਨੋਮੀਨੇਟਿਡ ਡਾਇਰੈਕਟਰ ਇਨ ਸਮਾਰਟ ਸਿਟੀ ਮਿਸ਼ਨ ਰਿਪਰੈਜ਼ੈਂਟਿੰਗ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਇਨ ਦਾ ਐਕਸ ਆਫੀਸ਼ੀਅਲ ਕਪੈਸਿਟੀ। ਅਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਸਟੇਟ ਗੌਰਮੈਂਟ ਨੂੰ ਜਾਂ ਸੈਂਟਰ ਗੌਰਮੈਂਟ ਨੂੰ ਲਿਖ ਰਹੇ ਹੈਗੇ ਹਾਂ
ਕਿ ਆਹ ਚੀਜ਼ ਤੇ ਕੰਮ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜੀਆਂ ਸਮਾਰਟ ਸਿਟੀ ਦੀਆਂ ਪ੍ਰੋਬਲਮਸ ਤੇ ਸੋਲਿਊਸ਼ਨਸ ਨੇ ਉਹ ਅਸੀਂ ਮਹਿਸੂਸ ਕਰਦੇ ਹਾਂ ਕਿ ਮੈਜੋਰਟੀ ਸੇਮ ਹੈਗੀਆਂ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ 3 ਸ਼ਹਿਰ ਸਮਾਰਟ ਸਿਟੀ ਮਿਸ਼ਨ 'ਚ ਆ ਰਹੇ ਨੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਔਰ ਜਿਹੜਾ ਸਾਡਾ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਹੈ ਪੰਜਾਬ ਚੈਪਟਰ ਹੈ, ਮੈਂ ਉਹਦਾ ਹੀ ਚੇਅਰਮੈਨ ਆ, ਉਹਨੂੰ ਹੀ ਰਿਪਰੈਜ਼ੈਂਟ ਕਰਦੇ ਹਾਂ। ਉਹ 'ਚ ਜਲੰਧਰ, ਅੰਮ੍ਰਿਤਸਰ ਵੀ ਆਉਂਦਾ ਹੈਗਾ। ਤਾਂ ਵੀ ਗੈਟ ਦਾ ਫੀਡਬੈਕ ਫਰੋਮ ਦਾ ਲੋਕਲ ਆਰਕੀਟੈਕਟਸ ਕਿ ਕਿੱਦਾਂ ਦੀਆਂ ਪ੍ਰੋਬਲਮਸ ਨੇ, ਜਿਵੇਂ ਟ੍ਰੈਫਿਕ ਦੀ ਪ੍ਰੋਬਲਮ ਹੈ, ਪੋਲਿਊਸ਼ਨ ਦੀ ਪ੍ਰੋਬਲਮ ਹੈ, ਉਹ ਸੇਮ ਹੈਗੀਆਂ ਨੇ। On the wider platform, we keep on, telling the concerned department, especially the local government, ਕਿ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਾਇੋਰਟੀ 'ਤੇ ਕੰਮ ਹੋਣਾ ਚਾਹੀਦਾ ਹੈਗਾ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਐਕਸੈਪਟ ਵੀ ਕਰਦੇ ਨੇ ਸਾਡੀਆਂ ਜਿਹੜੀਆਂ ਗੁੱਡ ਸੁਜੈਸ਼ਨਸ ਹੈਗੀਆਂ ਨੇ, ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਫਾਇਦਾ ਸ਼ਹਿਰ ਵਾਸੀਆਂ ਨੂੰ ਮਿਲੂਗਾ। ਸਰ, ਜਿਵੇਂ ਸਮਾਰਟ ਸਿਟੀ ਦਾ ਇੱਕ ਪਰਪਸ ਹੈ ਕਿ ਸਮਾਰਟ ਸਿਟੀ ਦੇ ਵਿੱਚ ਇਹ ਰੋਡ ਨੂੰ ਸਮਾਰਟ ਬਣਾਉਣਾ, ਉਹਦੇ ਸਮਾਰਟ ਬਣਾਉਣ ਦੇ ਲਈ 5-5 ਮੰਜ਼ਲੀ ਬਿਲਡਿੰਗ ਤਾਂ ਖੜੀ ਹੋਣੀ ਸ਼ੁਰੂ ਹੋ ਗਈ, ਠੀਕ ਹੈ, ਰੋਡ ਤਾਂ ਤੁਹਾਡੀ ਸਮਾਰਟ ਬਣ ਜਾਏਗੀ, ਪਰ ਜਿਹੜੇ ਲੋਕ ਉੱਥੇ ਰਹਿ ਰਹੇ ਹੈ ਉਹ ਸਮਾਰਟ ਬਿਲਡਿੰਗਾਂ ਦੇ ਪਿੱਛੇ ਰਹਿ ਰਹੇ ਹੈ, ਰੈਜ਼ੀਡੈਂਟ ਹੈ, ਬਿਕੋਜ਼ ਹਜੇ ਤਾਂ ਇੱਕ ਰੋਡ ਹੀ ਉਹੀ ਹੈ ਕਮਰਸ਼ੀਅਲ, ਜਿੱਦਾਂ ਸਰਕਾਰ ਕੋ ਕਹਿ ਰਹੀ ਹੈ। ਸਾਡੇ ਹਿਸਾਬ ਨਾਲ ਰਿਕਾਰਡ 'ਚ ਹਜੇ ਨਹੀਂ ਹੈਗੀ, ਪਰ ਸਟਿਲ ਜੇ ਸਰਕਾਰ ਕਹਿ ਵੀ ਰਹੀ ਹੈ ਉੱਥੇ 5-5 ਮੰਜ਼ਲੀ ਬਿਲਡਿੰਗ ਬਣ ਗਈ, ਕਮਰਸ਼ੀਅਲ ਹੋ ਗਈ, ਪਰ ਜਿਹੜੇ ਉਹਦੇ ਪਿੱਛੇ ਰੈਜ਼ੀਡੈਂਟ ਰਹਿ ਰਹੇ ਹੈ ਉਹਨਾਂ ਦਾ ਕੀ, ਉਹਨਾਂ ਦੇ ਬਾਰੇ ਕੁਝ ਸਮਾਰਟ ਸਿਟੀ ਨੇ ਸੋਚਿਆ? ਨਹੀਂ, ਉਹ ਏਰੀਆ ਬੇਸਡ ਡਿਵੈਲਪਮੈਂਟ ਦੇ ਅੰਡਰ, ਜਿਵੇਂ ਆਪਾਂ ਜੇ ਲੁਧਿਆਣੇ ਦੀ ਗੱਲ ਕਰੀਏ, ਸਰਾਭਾ ਨਗਰ ਹੈ ਅਤੇ ਰੈਜ਼ੀਡੈਂਸ਼ੀਅਲ ਲੇਨਸ ਆਰ ਗੁੱਡ। ਹਾਂ, ਉਹਨਾਂ ਦਾ ਵੀ ਨੰਬਰ ਆਏਗਾ ਕਿ ਪਹਿਲਾਂ ਤਾਂ ਪ੍ਰਾਇਮਰੀ ਰੋਡਸ ਦੀ ਸ਼ੁਰੂਆਤ ਹੋਏਗੀ। ਜਿਵੇਂ ਆਪਾਂ ਜੇ ਮਲਾਰ ਰੋਡ ਦੀ ਗੱਲ ਕਰੀਏ, ਉਹ ਪ੍ਰਾਇਮਰੀ ਰੋਡ ਹੈਗੀ ਹੈ, ਅਤੇ ਉਸ ਨੂੰ ਕੰਮ ਹੋਣ ਤੋਂ ਬਾਅਦ ਜਿਵੇਂ ਵੀ ਫੀਡਬੈਕ ਪਬਲਿਕ ਦੀ ਆਉਂਦੀ ਹੈ, ਬਿਕੋਜ਼ ਇਹ ਪਬਲਿਕ ਮਿਸ਼ਨ, ਅਤੇ ਮੈਂ ਵੀ ਚਾਹੂੰਗਾ ਸਿਟੀਜ਼ਨ ਪਾਰਟੀਸਪੇਸ਼ਨ ਇਜ਼ ਮਸਟ। ਜੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਆਪਣੀ ਰਾਏ ਟਾਈਮ ਸਿਰ ਪ੍ਰਾਇੋਰਟੀ ਵਾਈਜ਼ ਨਹੀਂ ਦੇਣਗੇ ਤਾਂ ਆਈ ਥਿੰਕ ਲੋਸ ਉਹਨਾਂ ਦਾ ਹੁੰਦਾ। ਅਤੇ ਪਬਲਿਕ ਨੂੰ ਚਾਹੀਦਾ, ਜਿਵੇਂ ਉਹਨਾਂ ਨੇ ਵੋਟਿੰਗ ਪਿੱਛੇ ਰੈਜ਼ੀਡੈਂਟ ਵੱਡੀਆਂ ਬਿਲਡਿੰਗ ਖੜੀ ਹੋ ਗਈ, ਹੁਣ ਮੇਰੇ ਘਰ ਦੇ ਅੱਗੇ ਜਾਂ ਤੁਹਾਡੇ ਘਰ ਦੇ ਅੱਗੇ 5 ਮੰਜ਼ਲੀ ਬਿਲਡਿੰਗ ਖੜੀ ਹੋ ਗਈ, ਠੀਕ ਹੈ। ਸੋ ਉਹ ਤਾਂ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਸਵੇਰ ਦੀ ਧੁੱਪ, ਇਹੋ ਜਿਹੇ ਜਿਹੜੇ ਇੱਕ ਉਹਨਾਂ ਦਾ ਰਾਈਟਸ ਹੈਗੇ ਬੇਸਿਕ ਜਿਹੜੇ ਉਹਨਾਂ ਨੂੰ ਮਿਲਣੇ ਚਾਹੀਦੇ ਆ, ਉਹ ਸਾਰੇ ਤਾਂ ਗਾਇਬ ਹੋ ਗਏ। ਸੋ ਔਰ ਫਿਰ ਰਾਤ ਨੂੰ ਜੇ ਰੂਫ ਟਾਪ 'ਤੇ ਡੀਜੇ ਚੱਲ ਰਹੇ ਬੜੇ ਲੇਟ ਆਵਰਸ ਤੱਕ। ਸੋ ਕੁੱਲ ਮਿਲਾ ਕੇ ਜਿਹੜਾ ਪਿੱਛੇ ਰੈਜ਼ੀਡੈਂਟ ਹੈ ਉਹ ਅੱਜ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ, ਬਿਕੋਜ਼ ਇਟ ਵਾਜ਼ ਏਰੀਆ ਜਿਹੜਾ ਕਿ ਅੰਡਰ TP ਮਤਲਬ ਟਾਊਨ ਪਲੈਨਿੰਗ ਸਕੀਮ ਦੇ ਅੰਡਰ ਡਿਵੈਲਪ ਕੀਤਾ ਗਿਆ ਸੀ। ਉਹਨਾਂ ਨੇ ਇੱਥੇ ਘਰ ਤਾਂ ਲਿੱਤੇ ਸੀਗੇ, ਅੱਜ ਸਰਕਾਰ ਨੇ ਤਾਂ ਆਪਣੀ ਲੋੜ ਨੂੰ ਉੱਥੇ ਕਮਰਸ਼ੀਅਲ ਕਰਤਾ। ਚਲੋ ਸਮਾਰਟ ਸਿਟੀ ਦਾ ਪ੍ਰੋਜੈਕਟ ਆਇਆ, ਉਹਨਾਂ ਨੂੰ ਲੱਗਿਆ ਸ਼ਾਇਦ ਹੋਰ ਸਮਾਰਟ ਹੋ ਜਾਏਗਾ, ਪਰ ਸਮਾਰਟ ਹੋਣ ਦੀ ਬਜਾਏ ਉੱਥੇ ਤਾਂ ਇੱਦਾਂ ਦੀ ਕਮਰਸ਼ੀਅਲ ਐਕਟੀਵਿਟੀਜ਼ ਹੋ ਗਈਆਂ। 5-5 ਮੰਜ਼ਲੀ ਬਿਲਡਿੰਗ ਹੈ, ਉਹ ਐਂ ਲੱਗਦਾ ਉੱਪਰ ਦੇਖਦੇ, ਜਿਵੇਂ ਆਪਾਂ ਵੀ ਕਦੀ ਬਚਪਨ 'ਚ ਖੜ੍ਹਦੇ ਸੀਗੇ ਅਤੇ ਪਾਣੀ ਦੀ ਟੈਂਕੀ ਦੇਖਦੇ ਸੀ, ਤਾਂ ਏਡੇ ਵੱਡੇ। ਸੋ ਕੁੱਲ ਮਿਲਾ ਕੇ ਉਹਨਾਂ ਦੇ ਬਾਰੇ ਕੁਛ ਨਹੀਂ ਸੋਚਿਆ ਗਿਆ ਰੈਜ਼ੀਡੈਂਸ ਬਾਰੇ। ਦੇਖੋ, ਪ੍ਰਾਇਮਰੀਲੀ ਤਾਂ ਜ਼ੋਨਿੰਗ ਹੁੰਦੀ ਹੈ। ਜੇ ਇੱਕ ਜਗ੍ਹਾ TP ਸਕੀਮ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਜੇ ਹੁਣ ਆਪਾਂ ਚੰਡੀਗੜ੍ਹ ਦੀ ਗੱਲ ਕਰ ਲਈਏ, ਉੱਥੇ ਜੇ ਇੱਕ ਵਾਰੀ ਰਿਹਾਇਸ਼ੀ ਏਰੀਆ ਬਣ ਗਿਆ ਤਾਂ ਉਹ ਰਿਹਾਇਸ਼ੀ ਹੈਗਾ, ਅੱਜ ਵੀ ਰਿਹਾਇਸ਼ੀ, ਉਹ ਪਹਿਲਾਂ ਵੀ ਰਿਹਾਇਸ਼ੀ ਸੀਗਾ, ਉਹ ਰਹਿਣਾ ਵੀ ਚਾਹੀਦਾ। ਜੇ ਮੈਂ ਵੀ ਕਿਤੇ ਹਾਊਸ ਬਣਾਇਆ ਆਪਣਾ ਸਟੇਟਸ ਦੇ ਹਿਸਾਬ ਨਾਲ ਔਰ ਕਾਮ ਕੁਆਇਟ ਏਰੀਏ ਦੇ ਵਿੱਚ, ਤਾਂ ਉਹ ਰਹਿਣਾ ਚਾਹੀਦਾ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਗੌਰਮੈਂਟ ਆਪਣੀ ਇਨਕਮ ਨੂੰ ਵਧਾਉਣ ਲਈ ਕਿ ਕਿਸੇ ਏਰੀਆ ਨੂੰ ਫੋਰਸਫੁਲੀ ਜਾਂ ਇੱਕਦਮ ਕਮਰਸ਼ੀਅਲ ਡਿਕਲੇਅਰ ਕਰ ਦੇ, ਤਾਂ ਕੁਝ ਲੋਕਾਂ ਨੂੰ ਫਾਇਦਾ ਹੋਣਾ, ਪਰ ਮੈਜੋਰਟੀ ਬੰਦਿਆਂ ਨੂੰ ਨੁਕਸਾਨ ਵੀ ਹੁੰਦਾ ਹੈਗਾ। ਪਰ ਇਹ ਡੈਫੀਨੇਟਲੀ ਇਟ ਵਿਲ ਕ੍ਰੀਏਟ ਨਿਊਸੈਂਸ। ਅਗਰ ਅਨਆਥੋਰਾਈਜ਼ਡ ਬਿਲਡਿੰਗਾਂ ਬਣਨਗੀਆਂ, 3 ਮੰਜ਼ਿਲ ਅਲਾਊਡ ਹੈ, 5 ਬਣਨਗੀਆਂ, ਰੂਫ ਟੋਪ ਰੈਸਟੋਰੈਂਟ ਸੌਂਗਸ ਚੱਲਣਗੇ, ਅਤੇ ਤਾਂ ਪੀਸ ਆਫ ਮਾਈਂਡ ਜਿਹੜਾ ਲੋਕਾਂ ਦਾ ਡਿਸਟਰਬ ਕਰੂਗਾ। ਅਤੇ ਜੋ ਕੁਛ ਇਲੀਗਲ ਹੈਗਾ ਉਹਦੇ ਉੱਤੇ ਗੌਰਮੈਂਟ ਨੂੰ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਹੈਗਾ। ਸਰ, ਇੱਕ ਆਖਰੀ ਕੁਐਸਚਨ ਹੈ ਕਿ ਗੁਰਦੇਵ ਨਗਰ ਵਾਲੀ ਸਾਈਡ ਜਿਹੜਾ ਮਲਹਾਰ ਰੋਡ 'ਤੇ ਹੀਰੋ ਬੇਕਰੀ ਤੋਂ ਲੈ ਕੇ ਫਿਰੋਜ਼ਪੁਰ ਰੋਡ ਤੱਕ ਪੂਰਾ ਏਰੀਏ 'ਤੇ ਇੱਕ ਸਰਕਾਰੀ ਸੂਆ ਹੁੰਦਾ ਸੀਗਾ, ਉਹ ਸੂਏ ਬਾਰੇ ਤੁਹਾਡਾ ਕੀ ਕਹਿਣਾ? ਤੁਹਾਨੂੰ ਪਤਾ ਇੱਕ ਉਸ 'ਤੇ ਕੋਰਟ ਆਫ ਕੰਟੈਂਪਟ ਲੱਗਿਆ ਹੋਇਆ? ਨਹੀਂ ਸਰ, ਮੇਰੀ ਨੌਲੇਜ 'ਚ ਨਹੀਂ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਤਾਂ ਇੱਥੇ ਆਏ 15 ਸਾਲ, ਮੈਨੂੰ ਪਤਾ ਇਹ ਸ਼ਾਇਦ ਪੁਰਾਣੀ ਗੱਲ ਹੋਣੀ ਜਦੋਂ ਸੂਆ ਹੋਣਾ, ਕਿ ਮੈਂ ਨਹੀਂ ਇਹਨੂੰ ਦੇਖਿਆ ਕਦੇ ਵੀ ਕਿ ਜੇ ਸੂਆ, ਮੈਂ ਤਾਂ ਮਲਹਾਰ ਰੋਡ ਹੀ ਦੇਖਦਾ ਆ ਰਿਹਾ, ਬਟ ਆਈ ਵਿਲ ਇਨਕੁਆਇਰ। ਬਿਲਕੁਲ ਨਹੀਂ, ਪਰ ਜਿਵੇਂ ਤੁਸੀਂ ਐਜ਼ ਏ ਸਮਾਰਟ ਸਿਟੀ ਦੇ ਡਾਇਰੈਕਟਰ ਹੋ ਔਰ ਉਹ ਸਮਾਰਟ ਸਿਟੀ, ਉਹ ਸਮਾਰਟ ਰੋਡ ਬਣ ਰਹੀ, ਤੁਸੀਂ ਆਪ ਹੀ ਕਿਹਾ ਰੋਡ ਦੈਟ ਇਜ਼ ਅ ਪਾਰਟ ਆਫ ਰੋਡ ਅੱਜ ਦੇ ਟਾਈਮ 'ਚ। ਸੋ ਉਹ ਸਾਰੀ ਰੋਡ 'ਤੇ ਉੱਥੇ ਲਾਲ ਨਿਸ਼ਾਨ ਵੀ ਲੱਗੇ ਸੀ ਕਿ ਜਿਹੜੀ ਅਨਕਰੋਚਮੈਂਟ ਸੀਗੀਆਂ ਉਹਨਾਂ ਨੂੰ ਢਾਣ ਲਈ। ਸੋ ਇਹ ਸਾਰਾ ਜਿੱਧਰ ਹੀਰੋ ਬੇਕਰੀ ਹੈ ਉੱਥੋਂ ਦੀ ਲੈ ਕੇ ਜੇ ਆਪਾਂ ਗੱਲ ਕਰੀਏ ਸਾਰਾ ਐਂਡ ਤੱਕ ਫਿਰੋਜ਼ਪੁਰ ਰੋਡ ਤੱਕ ਪੂਰੀ ਦੀ ਪੂਰੀ ਰੋਡ 'ਤੇ ਸੂਆ ਸੀਗਾ। ਸੋ ਉਹਦੇ ਬਾਰੇ ਜਿਵੇਂ ਬਿਕੋਜ਼ ਤੁਸੀਂ ਡਾਇਰੈਕਟਰ ਹੋ, ਐਜ਼ ਏ ਆਰਕੀਟੈਕਟ ਵੀ ਹੋ, ਤੁਸੀਂ ਤਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਸਟੱਡੀ ਕਰਦੇ ਹੋ ਆਸੇ ਪਾਸੇ ਕੀ ਹੈ, ਸੋ ਇਹਦੇ ਵਿੱਚ ਇਹ ਚੀਜ਼ ਤੁਸੀਂ ਦੇਖੀ ਨਹੀਂ ਉਦੋਂ?
ਨਹੀਂ, ਇਹ ਓਰੀਜਨੈਲਿਟੀ ਕਿਸ ਜਗ੍ਹਾ ਦੀ ਲੀਗਲ ਓਰੀਜਨੈਲਿਟੀ ਕੀ ਹੈ, ਆਈ ਐਮ ਨਾਟ ਅਵੇਅਰ ਆਫ, ਬਿਕੋਜ਼ ਆਈ ਐਮ ਨਾਟ ਅਵੇਅਰ ਆਫ, ਬਟ ਬੇਸਿਕਲੀ ਤਾਂ ਫਿਰ ਵੀ ਅਸੀਂ ਦਾ ਸਮਾਰਟ ਸਿਟੀ ਮਿਸ਼ਨ ਇਜ਼ ਨਾਟ ਟੱਚਿੰਗ ਦਾ ਪ੍ਰੋਪਰਟੀਜ਼, ਅਸੀਂ ਪ੍ਰੋਪਰਟੀ ਨੂੰ ਕੋਈ ਟੱਚ ਨਹੀਂ ਕਰ ਰਹੇ, ਉਹਨਾਂ ਦਾ ਸਟੇਟਸ ਤਾਂ ਉਹੀ ਹੈਗਾ ਜੋ ਵੀ ਪ੍ਰੋਪਰਟੀਜ਼ ਦਾ ਚੀਜ਼ਾਂ ਦਾ ਹੈਗਾ। ਇਹ ਤਾਂ ਸ਼ਹਿਰ ਵਾਸੀਆਂ ਦੀ ਇੱਕ ਰੁਕਾਵਟ ਹੈ, ਫੀਡਬੈਕ ਹੈ ਕਿ ਇਸ ਰੋਡ ਨੂੰ ਕੰਫਰਟੇਬਲ ਬਣਾਇਆ ਜਾਵੇ। ਰੋਡ ਤਾਂ ਉੱਥੇ ਐਗਜ਼ਿਸਟ ਕਰ ਰਹੀ ਹੈਗੀ ਹੈ, ਜੋ ਵੀ ਵਰਕ ਹੋ ਰਿਹਾ ਰੋਡ ਤੇ ਹੋ ਰਿਹਾ, ਬਿਲਡਿੰਗ ਐਕਟੀਵਿਟੀ ਨਾਲ ਉਸ ਨਾਲ ਲੈਣਾ ਦੇਣਾ ਫਿਲਹਾਲ ਤਾਂ ਕੋਈ ਨਹੀਂ ਹੈਗਾ। ਬਾਕੀ ਤਾਂ ਆਈ ਥਿੰਕ ਸੂਆ ਤਾਂ ਸਰ ਅੰਡਰ ਰੋਡ ਹੀ ਆ ਗਿਆ। ਸੂਆ ਮੇ ਬੀ ਇਟ ਮੇ ਬੀ ਅੰਡਰ ਰੋਡ, ਤੇ ਮੈਨੂੰ ਉਹ ਕਲੀਅਰ ਨਹੀਂ ਹੈਗਾ ਕਿਉਂਕਿ ਆਈ ਐਮ ਨਾਟ ਵਿਸਿਟ। ਤੇ ਹੋਰ ਕੁਝ ਤੁਸੀਂ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਜਾਂ ਪ੍ਰਸ਼ਾਸਨ ਨੂੰ, ਕੁਝ ਵੀ? ਸ਼ਹਿਰ ਵਾਸੀਆਂ ਨੂੰ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਆਪਣੀ ਜਿਹੜੀਆਂ ਸੁਜੈਸ਼ਨਸ ਹੈਗੀਆਂ ਨੇ ਏਰੀਆ ਵਾਈਜ਼, ਪੈਨ ਸਿਟੀ ਵਾਈਜ਼, ਉਹ ਟਾਈਮ ਟੂ ਟਾਈਮ ਜਿਹੜੀਆਂ ਹੈਗੀਆਂ ਇਨ ਰਾਈਟਿੰਗ ਦੇਣੀਆਂ ਚਾਹੀਦੀਆਂ ਲੋਕਲ ਗੌਰਮੈਂਟ ਨੂੰ ਥਰੂ ਦੇਅਰ ਐਸੋਸੀਏਸ਼ਨਸ ਔਰ ਥਰੂ ਦੇਅਰ NGOs ਵਟਐਵਰ, ਤਾਂ ਕਿ ਉਹਨਾਂ ਦਾ ਸ਼ਹਿਰ ਹੈ ਤਾਂ ਹੀ ਸ਼ਹਿਰ ਵਧੀਆ ਔਰ ਉਹਨਾਂ ਦੇ ਮੁਤਾਬਿਕ ਬਣੇਗਾ। ਜੇ ਉਹਨਾਂ ਦੀ ਪਾਰਟਿਸਪੇਸ਼ਨ ਜ਼ਿਆਦਾ ਹੋਏਗੀ, ਉਹ ਚੰਗੇ ਸੁਝਾਅ ਦੇਣਗੇ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਪਾਰਟਿਸਪੇਟ ਕਰਨਗੇ। ਜੇ ਆਪਾਂ ਇਹ ਸੋਚਾਂਗੇ ਕਿ ਸਾਰੇ ਹੀ ਕੰਮ ਗੌਰਮੈਂਟ ਨੇ ਕਰਨੇ ਆ, ਕਾਰਪੋਰੇਸ਼ਨ ਨੇ ਕਰਨੇ ਆ, ਲੋਕਲ ਗੌਰਮੈਂਟ ਨੇ ਕਰਨੇ ਆ, ਇਹ ਪੋਸੀਬਲ ਨਹੀਂ ਹੈ। ਆਪਾਂ ਆਪਣੇ ਸ਼ਹਿਰ ਨੂੰ ਆਪ ਸਾਫ਼ ਸੁਥਰਾ ਰੱਖਣਾ ਹੈ। ਆਪਾਂ ਹੀ ਜੇ ਇੱਥੋਂ ਦੂਜੇ ਮੁਲਕਾਂ ਜਾਂਦੇ ਆ, ਵੀ ਨੋ ਕਿ ਵਟ ਕਾਈਂਡ ਆਫ ਡਿਸਿਪਲਿਨ ਵੀ ਕ੍ਰੀਏਟ ਇਨ ਆਵਰ ਸੈਲਫ, ਚਾਹੇ ਆਪਾਂ ਚੰਡੀਗੜ੍ਹ ਜਾਈਏ ਚਾਹੇ ਦੂਜੀ ਜਗ੍ਹਾ ਜਾਈਏ, ਤੇ ਆਪਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਸਿਟੀਜ਼ਨ ਰੋਲ ਇਜ਼ ਵੈਰੀ ਇੰਪੋਰਟੈਂਟ। ਜੇ ਸਿਟੀਜ਼ਨ ਸਮਾਰਟ ਹੋਣਗੇ ਤਾਂ ਹੀ ਸਮਾਰਟ ਸਿਟੀ ਬਣੇਗਾ। ਜੇ ਅਸੀਂ ਨਹੀਂ ਸਮਾਰਟ ਹੋਵਾਂਗੇ ਤਾਂ ਸਾਡਾ ਸ਼ਹਿਰ ਸਮਾਰਟ ਨਹੀਂ ਬਣ ਸਕਦਾ ਹੈਗਾ। ਥੈਂਕ ਯੂ ਸਰ, ਥੈਂਕ ਯੂ ਜੀ। ਥੈਂਕ ਯੂ। ਤੇ ਦੋਸਤੋ, ਇਹ ਸੀਗੇ ਸੰਜੇ ਗੋਲ ਜੀ। ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਸਮਾਰਟ ਸਿਟੀ ਤਾਂ ਬਣ ਜਾਏਗਾ ਪਰ ਸਿਟੀਜ਼ਨ ਵੀ ਸਮਾਰਟ ਹੋਣੇ ਚਾਹੀਦੇ। ਸੋ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਸਾਨੂੰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਰਿਅਲਾਈਜ਼ ਕਰਨਾ ਪਊਗਾ ਕਿ ਸਾਨੂੰ ਜਿਵੇਂ ਟਾਈਮ ਟੂ ਟਾਈਮ ਸਰਕਾਰ ਨੂੰ ਸੁਜੈਸ਼ਨਸ ਵੀ ਦੇਣੇ ਪੈਣਗੇ ਤਾਂ ਕਿ ਸਰਕਾਰ ਲੋਕਾਂ ਦੀ ਚੀਜ਼ਾਂ ਨੂੰ ਜਾਣ ਕੇ ਉਹੀ ਦੀਆਂ ਸੁਵਿਧਾਵਾਂ ਹੀ ਡਿਵੈਲਪ ਕਰ ਸਕੇ ਤੇ ਜੇ ਕਿਤੇ ਕੋਈ ਗਲਤ ਟਰੈਕ ਤੇ ਚਲੀ ਗਈ ਹੈ ਤੇ ਉਹਨੂੰ ਸਮੇਂ ਰਹਿੰਦੇ ਸੁਧਾਰਿਆ ਵੀ ਜਾ ਸਕੇ। ਇੱਦਾਂ ਹੀ ਹੋਰ ਵੀ ਚੀਜ਼ਾਂ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।